सतगुर प्रसाद। श्री नानक पाद पंकज बंदन, पाद पंकज बंदन। सिमरो अंगद गुर अमरदास, हृदय नित ध्यान जी, हृदय नित ध्यान। श्री गुरु रामदास गुण गाओ। गुर अर्जन विघ्नन के नाशक, विघ्नन के नाशक। श्री हरगोबिंद सुख सुमत प्रकाशक। श्री हर राय नमो कर जोरी, नमो कर जोरी। श्री हरि कृष्ण मना बहोरी। गुर तेग बहादुर परम कृपाला जी, परम कृपाला। श्री गुरु गोविंद सिंह विशाला। तारो तारा तार पुन पुन सीसा जी, पुन पुन सीसा। बंदों बार बार जगदीशा। जिसमें है अमृत ज्ञान है, माणक भगत बैराग। श्री गुरु ग्रंथ साहिब उदत, बंदों कर अनुराग। एक ओंकारा सतगुरु, देह प्रसाद सच होए। वाहिगुरु जी विघ्न विनाशन सोए। वाहिगुरु जी की फतेह है। विघ्न विनाशन सोए। धन वाहिगुरु साहिब जी दोहरा। सूर हजारन बचे जब काले खान विचार। लरण मार गुर संग में मरों के लहों मार। वाहिगुरु जी का खालसा, वाहिगुरु जी की फतेह। साहिब एकमाल वाली कुल आलम, पतुत पावन भगत वशल 10 गुरु ਸਾਹਿਬਾਨ ਦੇ ਆਤਮਿਕ ਸਰੂਪ सतगुरु धन धन साहिब श्री गुरु ग्रंथ साहिब जी
ਤਿਨਾਂ ਦੀ ਪਵਿੱਤਰ ਮੁਕੱਦਸ ਹਜ਼ੂਰੀ ਅੰਦਰ ਆਪ ਸਮੂਹ ਸੰਗਤ ਅਦਬ ਭਾਵਨਾ ਸਤਿਕਾਰ ਸਹਿਤ ਬਾਣੀ ਕੇ ਬੋਹਿ ਥੇ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਦਾਤਾ ਬੰਦੀ ਛੋੜ ਮੇਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤਿੰਨਾਂ ਦੇ ਵਸਾਏ ਹੋਏ ਇਹ ਮਹਾਨ ਪਾਵਨ ਇਤਿਹਾਸਕ ਚਰਨ ਛੋਹ ਪ੍ਰਾਪਤ ਧਰਤੀ ਅਸਥਾਨ ਗੁਰਦੁਆਰਾ ਸ਼੍ਰੀ ਹਰਟਾ ਸਾਹਿਬ ਜੀ ਵਿਖੇ ਦੂਰ ਨੇੜੇ ਤੋਂ ਚੱਲ ਕੇ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਸਤ ਸੰਗਤ ਕਰ ਰਹੇ ਹੋ। ਬੇਅੰਤ ਸੰਗਤਾਂ ਬਾਹਰ ਸੇਵਾਵਾਂ ਦੇ ਵਿੱਚ ਲੱਗੀਆਂ ਹੋਈਆਂ ਹਨ। ਗਰੀਬ ਨਿਵਾਜ ਸਤਿਗੁਰੂ ਜੀ ਸਭ ਸੰਗਤਾਂ ਦੀ ਹਾਜ਼ਰੀ ਸੇਵਾ ਸਤ ਸੰਗਤ ਔਰ ਯਾਤਰਾ ਸਫਲੀ ਕਰਨ। ਆਓ ਸਮਾਂ ਹੋ ਚੁੱਕਾ ਹੈ ਗੁਰ ਇਤਿਹਾਸ ਦੀ ਕਥਾ ਵਿਚਾਰ ਦਾ। ਸ਼ਾਮ ਵੇਲੇ ਅਸੀਂ ਗੁਰੂ ਦਾ ਜੀਵਨ ਸਰਵਣ ਕਰਕੇ ਆਪਣੇ ਸਮੇਂ ਨੂੰ ਸਵਾਸਾਂ ਨੂੰ ਸਫਲਾ ਕਰਦੇ ਹਾਂ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਆਪਾਂ ਲੜੀਵਾਰ ਸਰਵਣ ਕਰਦੇ ਆ ਰਹੇ ਹਾਂ ਔਰ ਸਤਿਗੁਰਾਂ ਦੇ ਜੀਵਨ ਦੇ ਵਿੱਚੋਂ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ 4 ਜਿਹੜੇ ਜੰਗ ਲੜੇ ਹਨ ਉਹਨਾਂ ਦੇ ਵਿੱਚੋਂ ਚੌਥਾ ਜਿਹੜਾ ਜੰਗ ਹੈ ਉਹਦਾ ਇਤਿਹਾਸ ਚੱਲ ਰਿਹਾ ਹੈ। ਯੁੱਧ ਕੀਤਾ ਹੈ ਸ਼੍ਰੀ ਦੀ ਪਾਵਨ ਧਰਤੀ ਤੇ ਬਣਿਆ ਪੈਂਦੇ ਖਾਂ ਗੁਰੂ ਘਰ ਦੇ ਵਿੱਚ ਰਿਹਾ ਹੈ ਪਲਿਆ ਹੈ। ਬਾਦਸ਼ਾਹ ਦੀ ਫੌਜ ਦੇ ਨਾਲ ਜਾ ਕਰਕੇ ਰਲਿਆ ਹੈ। ਗੁਰੂ ਘਰ ਦਾ ਵਿਰੋਧੀ ਬਣ ਗਿਆ। ਲੱਖ ਦੇ ਕਰੀਬ ਕਾਲੇ ਖਾਂ ਦੀ ਫੌਜ ਨੂੰ ਨਾਲ ਲੈ ਕਰਕੇ ਬਾਦਸ਼ਾਹ ਸ਼ਾਹਜਹਾਨ ਦੇ ਕੋਲੋਂ ਇਹ ਪੈਂਦੇ ਖਾਂ ਸ਼੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਵੱਡਾ ਇਹਨੇ ਆ ਕਰਕੇ ਹਮਲਾ ਕੀਤਾ ਹੈ। ਹੁਣ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਸੀਗਾ ਔਰ ਗੁਰੂ ਕੀ ਸੈਨਾ ਦੀ ਵੀ ਉਸੇ ਹਿਸਾਬ ਦੀ ਤਿਆਰੀ ਸੀਗੀ। ਇਸ ਕਰਕੇ ਗੁਰੂ ਕੇ ਯੋਧੇ ਭਾਈ ਲੱਖੂ ਜੀ, ਭਾਈ ਅਮੀਆਂ ਜੀ, ਭਾਈ ਮੇਰਾ ਜੀ, ਬਾਬਾ ਬਿਧੀ ਚੰਦ ਜੀ ਔਰ ਮਲਕ ਜਾਤੀ ਯੋਧੇ ਸਨ। ਸੈਨਾਪਤੀ ਬੜੀ ਬਹਾਦਰੀ ਨਾਲ ਲੜੇ ਔਰ ਇਸ ਜੰਗ ਦੇ ਵਿੱਚ 3 ਗੁਰੂ ਕੇ ਸੈਨਾਪਤੀ ਸ਼ਹੀਦ ਹੋ ਗਏ। ਦਾ ਯੁੱਧ ਸ਼ੁਰੂ ਹੋਇਆ। ਸੁਬਾਹ ਵਜੇ 3-4 ਘੰਟੇ ਰਾਤ ਰਹਿੰਦੀ ਸੀਗੀ ਜਦੋਂ ਬਾਦਸ਼ਾਹ ਦੀ ਵੱਡੀ ਫੌਜ ਨੇ ਹਮਲਾ ਕੀਤਾ ਹੈ ਤੇ ਗੁਰੂ ਕੀ ਫੌਜ ਬੜੀ ਬਹਾਦਰੀ ਦੇ ਨਾਲ ਲੜੀ। ਇਸ ਵੱਡੇ ਜੰਗ ਦੇ ਵਿੱਚ ਗੁਰੂ ਕਾ ਮਹਾਨ ਸੈਨਾਪਤੀ ਭਾਈ ਲੱਖੂ ਜੀ ਮਾਰੇ ਗਏ, ਸ਼ਹੀਦ ਹੋ ਗਏ। ਇਸੇ ਤਰ੍ਹਾਂ ਭਾਈ ਮੇਰਾ ਜੀ ਵੀ ਸ਼ਹੀਦ ਹੋ ਗਏ। ਭਾਈ ਅਮੀਆਂ ਜੀ ਗੁਰੂ ਕੇ ਸੈਨਾਪਤੀ ਸ਼ਹੀਦ ਹੋ ਗਏ। ਪਰ ਦੂਸਰੇ ਪਾਸਿਓਂ ਜਿਹੜੀ ਫੌਜ ਚੜ੍ਹ ਕੇ ਆਈ ਹੈ ਉਹਦੇ ਵਿੱਚ ਅਨਵਰ ਖਾਂ ਉਹਨਾਂ ਦਾ ਸੈਨਾਪਤੀ ਮਾਰਿਆ ਗਿਆ। ਇਸੇ ਤਰ੍ਹਾਂ ਪੈਂਦੇ ਖਾਂ ਜਿਹੜਾ ਇਸ ਜੰਗ ਦੀ ਜੜ੍ਹ ਹੈ ਉਹ ਵੀ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੱਥੋਂ ਮਾਰਿਆ ਗਿਆ ਔਰ ਉਸ ਤੋਂ ਬਾਅਦ ਉਹਦਾ ਦਮਾਦ ਉਹ ਵੀ ਮਾਰਿਆ। ਤੇ ਕੱਲ ਦੇ ਜੰਗ ਦੇ ਵਿੱਚ, ਕੱਲ ਦੇ ਇਤਿਹਾਸ ਦੇ ਵਿੱਚ ਆਪਾਂ ਸਰਵਣ ਕੀਤਾ ਸੀਗਾ ਪਤੀ ਬਾਕੀ ਬਚੇ ਸਨ ਜਿਨ੍ਹਾਂ ਦੇ ਵਿੱਚ ਕੁਤਬ ਖਾਨ ਜਿਹੜਾ ਜਲੰਧਰ ਦਾ ਸੂਬੇਦਾਰ ਹੈ ਉਹ ਸੈਨਾ ਬਚੀ ਸੀਗੀ ਤੇ ਇਹਨਾਂ ਨੇ ਕਾਲੇ ਖਾਨ ਤੇ ਕੁਤਬ ਖਾਨ ਨੇ ਆਪਸ ਵਿੱਚ ਸਲਾਹ ਕੀਤੀ ਗੁਰੂ ਨੂੰ ਪਕੜਨ ਵਾਸਤੇ। ਛੇਵੇਂ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਆਏ ਸਾਂ
ਪਰ ਹੁਣ ਸਤਿਗੁਰੂ ਜੀ ਗ੍ਰਿਫਤਾਰ ਨਹੀਂ ਹੋਣਗੇ, ਕਿਉਂਕਿ ਦਾ ਹਿੱਸਾ ਜੰਗ ਦੇ ਮੈਦਾਨ ਦੇ ਵਿੱਚ ਖਤਮ ਹੋ ਗਿਆ ਹੈ। 3 ਜਰਨੈਲ ਸਾਡੇ ਮਾਰੇ ਗਏ ਹਨ। ਇਤਨਾ ਔਖਾ ਹੈ, ਕਿਵੇਂ ਕਰੀਏ। ਆਖਿਆ ਹੈ ਜਿਹੜਾ ਫੌਜ ਦਾ ਮੁਖੀ ਹੈ, ਕਹਿਣ ਲੱਗਾ ਬਾਦਸ਼ਾਹ ਨੇ ਸਾਨੂੰ ਇੰਨਾ ਤਗੜਾ ਭੇਜਿਆ ਸੀਗਾ ਤੇ ਅਸੀਂ ਬੜੇ ਵੱਡੀਆਂ ਵੱਡੀਆਂ ਗੱਲਾਂ ਕਰਕੇ ਕੋਲੋਂ ਆਏ ਹਾਂ ਕਿ ਅਸੀਂ 6ਵੇਂ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਕੇ ਲੈ ਆਵਾਂਗੇ। ਦਲ ਵੀ ਸਾਰਾ ਮਰਵਾ ਬੈਠੇ ਹਾਂ, ਤੇ ਜੇ ਖਾਲੀ ਹੱਥ ਬਾਦਸ਼ਾਹ ਦੇ ਕੋਲ ਗਏ ਇਹ ਚੰਗਾ ਨਹੀਂ ਹੋਏਗਾ। ਲੋਕ ਸਾਡੇ ਤੇ ਹੱਸਣਗੇ ਔਰ ਭਰੀ ਸਭਾ ਦੇ ਵਿੱਚ ਸਾਡੀ ਬੇਇੱਜ਼ਤੀ ਹੋਏਗੀ ਕਿ ਤੁਸੀਂ ਕਿਹੜੇ ਕਿਸੇ ਬਾਦਸ਼ਾਹ ਦੇ ਨਾਲ ਲੜਨ ਗਏ ਸੀ। ਇੱਕ ਪੀਰ ਹੀ ਤਾਂ ਸਨ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਦੇ ਉੱਪਰ ਵੀ ਤੁਹਾਡੀ ਜਿੱਤ ਨਹੀਂ ਹੋ ਸਕੀ। ਮਖੌਲ ਕਰਨਗੇ, ਮਜ਼ਾਕ ਉਡਾਉਣਗੇ ਔਰ ਸਾਡੀ ਜਿਹੜੀ ਵੰਸ਼ ਹੈ, ਸਾਡੀ ਜਿਹੜੀ ਕੁੱਲ ਹੈ, ਉਹਨੂੰ ਦਾਗ ਲੱਗੇਗਾ। ਇਸ ਕਰਕੇ ਕਾਲੇ ਖਾਨੇ ਵੰਗਾਰੇ ਆਪਣੇ ਯੋਧਿਆਂ ਨੂੰ ਕਿ ਭਾਈ ਹੁਣ ਮੈਦਾਨ ਦੇ ਵਿੱਚ ਆਪਾਂ ਲੜੀਏ ਜਾਂ ਤਾਂ ਜਿਹਨੂੰ ਪਕੜ ਲਈਏ ਤਾਂ ਸਾਡੀ ਰਹਿ ਜਾਏਗੀ। ਜੇ ਆਪਾਂ ਇਸ ਤਰ੍ਹਾਂ ਬਾਦਸ਼ਾਹ ਦੇ ਕੋਲ ਤੇ ਫਿਰ ਉੱਥੇ ਵੀ ਸਾਨੂੰ ਤੇ ਜਿਹੜੀ ਬੇਇੱਜ਼ਤੀ ਉਹ ਤਾਂ ਚਲੋ ਪੱਕੀ ਹੈ। ਸਾਰੀ ਫੌਜ ਨੂੰ ਕਾਲੇ ਖਾਨੇ ਵੰਗਾਇਆ, ਜੰਗ ਲੜ ਜਿੱਤ ਕੇ ਵੀ ਦਿੱਤੇ ਹਨ। ਅੱਜ ਤੇ ਆਪਣੇ ਉਹਨੂੰ ਦਾਗ ਨਾ ਲਾਇਓ, ਅੱਗੇ ਹੋ ਕੇ ਲੜੋ। ਚਲੋ ਜੇ ਜੰਗ ਜਿੱਤ ਨਹੀਂ ਸਕਾਂਗੇ ਤੇ ਘੱਟੋ ਘੱਟ ਦੌੜੀਏ ਨਾ ਆਪਾਂ ਜੰਗ ਦੇ ਮੈਦਾਨ ਦੇ ਵਿੱਚੋਂ ਔਰ ਸਤਿਗੁਰਾਂ ਦੀ ਸੈਨਾ ਨੂੰ ਖਤਮ ਤੇ ਜਾਂ ਮਰ ਜਾਈਏ। ਹੁਣ ਕਾਲੇ ਖਾਂ ਤੇ ਕੁਤਬ ਖਾਂ ਸਲਾਹ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਅੱਗੇ ਵਧੇ ਹਨ। 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਯੋਧੇ ਭਾਈ ਅਮੀਆਂ ਜੀ ਅੱਗੇ ਹੋਏ, ਭਾਈ ਮੇਰਾ ਜੀ ਅੱਗੇ ਹੋਏ। ਇਹ ਦੋਨੋਂ ਜਰਨੈਲ ਦੁਸ਼ਮਣ ਦੇ ਜਿਹੜਾ ਵੱਡੀ ਗਿਣਤੀ ਦੇ 'ਚ ਅੱਗੇ ਜੋਸ਼ ਦੇ 'ਚ ਵਧਿਆ ਹੈ, ਇਹਨਾਂ ਦੇ ਨਾਲ ਟਕਰਾਉਂਦੇ ਹੋਏ, ਲੜਦੇ ਹੋਏ, ਘਮਸਾਨ ਦਾ ਯੁੱਧ ਕਰਦੇ ਹੋਏ 2 ਗਏ ਹਨ, ਸ਼ਹੀਦ ਹੋ ਗਏ ਹਨ। ਇਹ ਸੈਨਾਪਤੀ ਸਨ। ਫਿਰ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਜੰਗ ਦੇ ਮੈਦਾਨ ਦੇ ਵਿੱਚ ਆਏ ਤੇ ਇਹਨਾਂ ਨੇ ਫਿਰ ਜਿਹੜਾ ਕੁਤਬ ਖਾਂ ਸੀਗਾ, ਮਹਾਨ ਜਰਨੈਲ, ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਤਗੜਾ ਮੁਕਾਬਲਾ ਕੀਤਾ ਹੈ। ਫਿਰ ਕੁਤਬ ਖਾਂ ਦੇ ਉੱਪਰ ਐਸਾ ਵਾਰ ਕੀਤਾ, 6ਵੇਂ ਪਾਤਸ਼ਾਹ ਧੰਨ ਗੁਰੂ ਆਪ ਹੀ ਜਰਨੈਲ ਨਹੀਂ ਬਚਿਆ, ਜਿਹੜੇ 4 ਜਰਨੈਲ ਲੈ ਕਰਕੇ ਬੜੀ ਮਹਾਨ ਯੋਧੇ ਲੈ ਕਰਕੇ ਚਾਰੇ ਦੇ ਚਾਰੇ ਸੈਨਾਪਤੀ ਜੰਗ ਦੇ ਮੈਦਾਨ ਦੇ ਵਿੱਚ ਢੇਰ ਹੋ ਗਏ। ਇੱਧਰ ਭਾਈ ਜਾਤੀ ਮਲਕ ਜੀ, ਬਾਬਾ ਵਿਧੀ ਚੰਦ ਜੀ, ਸਾਹਿਬ ਪਾਤਸ਼ਾਹ ਧੰਨ ਗੁਰੂ ਸਾਹਿਬ ਜੀ ਔਰ ਗੁਰੂ ਕੇ ਸਪੁੱਤਰ ਵੀ ਇਸ ਜੰਗ ਦੇ ਮੈਦਾਨ ਦੇ ਵਿੱਚ ਹਨ। ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਔਰ ਬਾਬਾ ਗੁਰੂ ਤੇਗ ਬਹਾਦਰ, ਇਹ ਸਾਰੇ ਜੰਗ ਦੇ ਮੈਦਾਨ ਦੇ ਵਿੱਚ ਹਨ। ਤੇ ਇਸ ਤੋਂ ਜਿਹੜਾ ਅਗਲੇਰਾ ਇਤਿਹਾਸ ਹੈ, ਆਓ ਭਾਵਨਾ ਸਹਿਤ ਸਰਵਣ ਕਰੀਏ। ਕਿਵੇਂ ਕਾਲੇ ਖਾਂ ਕੱਲਾ ਜਿਹੜਾ ਬਚਿਆ ਹੈ ਉਹ ਜੰਗ ਦੇ ਮੈਦਾਨ ਦੇ ਵਿੱਚ ਲੜਦਾ ਹੈ ਤੇ ਜੰਗ ਦਾ ਕਿਵੇਂ ਅੰਤ ਹੁੰਦਾ ਹੈ, ਆਓ ਭਾਵਨਾ ਸਹਿਤ ਸਰਵਣ ਕਰੀਏ। ਇੱਕ ਵਾਰੀ ਫਤਿਹ ਦੀ ਸਾਰੀ ਸੰਗਤ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋਰਾ ਲਗੀ ਸੈਨ ਸੁ ਸੈਨ ਤਬ ਹਥਿਆਰਨ ਕੋ ਮਾਰ। ਹੁਣ ਕਾਲੇ ਖਾਂ ਦਾ ਬਹੁਤ ਵੱਡਾ ਜਿਹੜਾ ਦਲ ਹੈ, ਇਕੱਲਾ ਕਾਲੇ ਖਾਂ ਰਹਿ ਗਿਆ ਹੈ। ਪਤਾ ਇਹਨੂੰ ਵੀ ਹੈ ਕਿ ਜੰਗ ਦੇ ਮੈਦਾਨ ਦੇ ਵਿੱਚ ਹੁਣ ਅਸੀਂ ਮਾਰੇ ਜਾਣਾ ਹੈ, ਬਚਣਾ ਨਹੀਂ ਹੈ, ਕਿਉਂਕਿ ਗੁਰੂ ਕਾ ਦਲ ਖੜਾ ਹੈ। ਉਹਦੇ ਜਿਹੜੇ ਤਕਰੀਬਨ ਸੈਨਾਪਤੀ ਮਾਰੇ ਗਏ ਹਨ, ਵਾਪਸ ਮੁੜ ਨਹੀਂ ਸਕਦਾ। ਦੇ ਵਿੱਚ ਇੱਕੋ ਇੱਕ ਰਸਤਾ ਹੈ, ਬਸ ਲੜਨਾ। ਬਾਏ ਚਾਂਸ ਹੋ ਸਕਦਾ ਸਤਿਗੁਰੂ ਜੀ ਡਿੱਗ ਜਾਣ
ਇਹ ਅੱਗੇ ਬੜੇ ਬਹਾਦਰੀ ਦੇ ਨਾਲ ਕਾਲੇ ਖਾਂ ਇਕੱਲਾ ਜਿਹੜਾ ਜਰਨੈਲ ਕੁਝ ਕੁ ਦਲ ਨੂੰ ਨਾਲ ਲੈ ਕਰਕੇ ਵਧਿਆ ਹੈ। ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਜੰਗ ਦੇ ਵਿੱਚ ਬੜੀ ਲਗਾਤਾਰ ਡਟੇ ਹੋਏ ਹਨ। ਹੈ ਮੀਂਹ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਬੜੀ ਤੇਜ਼ ਭਾਰੀ ਦੇ ਵਿੱਚ ਚਲਾਏ ਹਨ। ਪੈਂਦੇ ਖਾਂ ਜਿਹੜੇ ਜਰਨੈਲ ਹਨ ਉਹਨਾਂ ਨੂੰ ਸਭ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਖਤਮ ਕੀਤਾ ਹੈ। ਲਗਾਤਾਰ ਜੰਗ ਦੇ ਮੈਦਾਨ ਦੇ ਵਿੱਚ ਛੇਵੇਂ ਪਾਤਸ਼ਾਹ ਜੀ ਡਟੇ ਹੋਏ ਹਨ ਤੇ ਕਾਲੇ ਖਾਂ ਸਨਮੁਖ ਗਇਓ ਜੈ ਸਤਿਗੁਰ ਨਿਹਾਰ। ਕਾਲੇ ਖਾਂ ਨੇ ਸੋਚਿਆ ਕਿ ਇੱਧਰ ਉੱਧਰ ਹੋਰ ਗੁਰੂ ਕੇ ਜਰਨੈਲਾਂ ਦੇ ਨਾਲ ਲੜਨ ਦੇ ਨਾਲੋਂ ਸਿੱਧਾ ਮੈਂ ਛੇਵੇਂ ਹਮਲਾ ਕਰਦਾ ਹਾਂ ਤੇ ਕਾਲੇ ਖਾਂ ਸਿੱਧਾ ਹੀ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਜਾਂਦਾ ਹੈ। ਔਰ ਆਪਣਾ ਤੇਜ ਉਹਨੂੰ ਅੱਡੀ ਲਾ ਕਰਕੇ ਘੋੜੇ ਨੂੰ ਨਚਾਉਂਦਾ ਹੋਇਆ ਬੜੀ ਤੇਜ਼ੀ ਦੇ ਨਾਲ ਸਤਿਗੁਰਾਂ ਦੇ ਕੋਲ ਆਇਆ ਹੈ। ਤੇ ਆ ਕਰਕੇ ਸਾਹਮਣੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਖੜਿਆ ਹੈ। ਔਰ ਕਾਲੀ ਦੇ ਨਾਲ ਬਿਨਾਂ ਸਮਾਂ ਗਵਾਇਆ ਉਸੇ ਵੇਲੇ ਆਪਣਾ ਸਖਤ ਜਿਹੜਾ ਧਨੁਖ ਸੰਭਾਲਿਆ ਹੈ, ਸਿੱਧਾ ਕੀਤਾ ਹੈ। ਇੱਕ ਚੋਣਵਾ ਜਿਹੜਾ ਤਿੱਖਾ ਤੀਰ ਕੱਢ ਕੇ ਚਿੱਲੇ ਤੇ ਕਾਲੇ ਖਾਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਪਰ ਇੱਕ ਵੱਡਾ ਹਮਲਾ ਕਰਨ ਵਾਸਤੇ ਤੀਰ ਜਿਹੜਾ ਤਿੱਖਾ ਉਹ ਚਿੱਲੇ ਤੇ ਤੰਦੀ ਤੇ ਚਾੜਿਆ ਹੈ। ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੰਗਾਰਦਿਆਂ ਹੋਇਆ ਉੱਚੀ ਸਾਰੀ ਕਾਲੇ ਖਾਂ ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਪਹਿਲਾਂ ਜੰਗ ਦੇ ਮੈਦਾਨ ਦੇ ਜਾ ਕਰਕੇ ਤੁਸੀਂ ਬਹੁਤ ਸਾਡੇ ਸਾਥੀ ਬੜੇ ਖਾਨ ਮਾਰੇ ਹਨ। ਪ੍ਰਥਮ ਤੁਮੋ ਬਹੁ ਖਾਨ ਸੰਘਾਰੇ, ਅਨੇਕਾਂ ਸਾਡੇ ਯੋਧਿਆਂ ਦਾ ਅੰਤ ਕੀਤਾ ਹੈ। ਹੇ ਪਾਤਸ਼ਾਹ ਗਰੀਬ ਨਿਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਜੇ ਤੁਹਾਡੇ ਕੋਲ ਤੀਰ ਅੰਦਾਜ਼ੀ ਹੈ, ਤੇਜ਼ੀ ਦੇ ਨਾਲ ਜੇਕਰ ਤੁਸੀਂ ਤੀਰ ਚਲਾਉਂਦੇ ਹੋ ਔਰ ਸਿੱਖਾਂ ਦੇ ਵਿੱਚੋਂ ਸਾਰਿਆਂ ਦੇ ਵਿੱਚੋਂ ਤੁਸੀਂ ਬਲਵਾਨ ਕਹਾਉਂਦੇ ਹੋ। ਤੁਹਾਡੀ ਸਿੱਖਾਂ ਦੇ ਵਿੱਚ ਬਹੁਤ ਵੱਡੀ ਸੋਭਾ ਵਡਿਆਈ ਹੈ। ਔਰ ਹੇ ਪਾਤਸ਼ਾਹ ਮੈਂ ਸਿੱਧਾ ਚੱਲ ਕੇ ਤੁਹਾਡੇ ਕੋਲ ਆਇਆ ਹਾਂ ਔਰ ਮੇਰਾ ਬਾਦਸ਼ਾਹ ਦੇ ਘਰ ਦੇ ਵਿੱਚ ਵੱਡਾ ਸਤਿਕਾਰ ਹੈ ਤੇ ਕਾਲੇ ਖਾਂ ਮੇਰਾ ਨਾਮ ਹੈ। ਇਹ ਸੂਬੇਦਾਰ ਵੀ ਹੈ, ਬਹੁਤ ਬਹਾਦਰ ਤਗੜਾ ਯੋਧਾ ਹੈ। ਕਈ ਬਾਦਸ਼ਾਹ ਦੇ ਯੁੱਧਾਂ ਦੇ ਵਿੱਚ ਇਹ ਅੱਗੇ ਹੋ ਕੇ ਅਗਵਾਈ ਕਰ ਚੁੱਕਾ ਹੈ, ਮੰਨਿਆ ਹੋਇਆ ਯੋਧਾ ਹੈ। ਕਹਿਣ ਲੱਗਾ ਹੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ, ਜੇ ਤੁਹਾਡੀ ਸੋਭਾ ਵਡਿਆਈ ਹੈ ਤੇ ਮੈਨੂੰ ਵੀ ਦੁਨੀਆ ਦੇ ਵਿੱਚ ਕਾਲੇ ਖਾਂ ਆਖਿਆ ਜਾਂਦਾ। ਮੈਨੂੰ ਤੇ ਮੈਂ ਬਹੁਤ ਵੱਡਾ ਲਸ਼ਕਰ ਚਾੜ ਕੇ ਇੱਥੇ ਆਇਆ ਸੀਗਾ, ਬਹੁਤ ਵੱਡਾ ਦਲ ਸੀਗਾ। ਤੇ ਕਹਿਣ ਲੱਗੇ ਕਿ ਮੈਂ ਸਭ ਕੋ ਪਲਟਾ ਰਣ ਲੈ ਹੋ। ਔਰ ਇਹ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ, ਮੈਂ ਹੁਣ ਤੁਹਾਨੂੰ ਵੰਗਾਰਦਾ ਹਾਂ, ਮੈਂ ਤੁਹਾਡੇ ਨਾਲ ਯੁੱਧ ਕਰਨਾ ਚਾਹੁੰਦਾ ਹਾਂ। ਜਾਂ ਤਾਂ ਮੈਂ ਆਪਣੇ ਸਾਥੀਆਂ ਦਾ, ਜਿਹੜੇ ਤੁਸੀਂ ਮੇਰੇ 94 ਜਰਨੈਲ ਜੰਗ ਦੇ ਮੈਦਾਨ ਦੇ ਵਿੱਚ ਖਤਮ ਕੀਤੇ ਹਨ, ਜਾਂ ਤਾਂ ਹੁਣ ਮੈਂ ਉਹਨਾਂ ਦਾ ਬਦਲਾ ਲਵਾਂਗਾ। ਕਹਿ ਸਭ ਕੋ ਪਲਟਾ ਰਣ ਲੈ ਹੋ, ਮੈਂ ਹੁਣ ਆਪਣੇ ਸਾਥੀਆਂ ਦਾ
ਕੀਤੀ ਹੈ, ਉਹਦਾ ਬਦਲਾ ਲੈਣ ਵਾਸਤੇ ਮੈਂ ਅੱਗੇ ਆਪਨੇ ਦਇਆ ਤੇ ਜੇ ਮੇਰਾ ਵਾਰ ਚੱਲ ਗਿਆ ਮੈਂ ਹਿਸਾਬ ਬਰਾਬਰ ਕਰ ਲਵਾਂਗਾ, ਜਾਂ ਤਾਂ ਜੰਗ ਦੇ ਮੈਦਾਨ ਦੇ ਵਿੱਚ ਤੁਹਾਨੂੰ ਖਤਮ ਕਰਾਂਗਾ ਤੇ ਹੋ ਜਾਏਗਾ। ਸਾਵਧਾਨ ਔਰ ਕਹਿਣ ਲੱਗੇ ਹੋ ਜਾਵੋ ਮੇਰੇ ਬਹੁਤ ਇਹਦੇ ਵੀ ਯੁੱਧ ਵਿਦਿਆ ਦੀ ਬਹੁਤ ਬਾਕੀ ਜਰਨੈਲਾਂ ਦਾ ਤਾਂ ਮੁਕਾਬਲਾ ਤੁਸੀਂ ਕਰ ਲਿਆ, ਠੀਕ ਹੈ। ਗੱਲ ਤਾਂ ਹੈ ਜੇ ਮੇਰੇ ਤੀਰਾਂ ਤੋਂ ਤੁਸੀਂ ਬਚ ਕੇ ਦਿਖਾਵੋ ਜੀ। ਔਰ ਮੈਂ ਇਤਨੇ ਤਗੜੇ ਨਿਸ਼ਾਨੇ ਕਈ ਵਾਰ ਜੰਗ ਦੇ ਮੈਦਾਨ ਦੇ ਵਿੱਚ ਲਾਏ ਤੋਂ ਬਚਣਾ ਮੁਸ਼ਕਲ ਹੈ। ਕਹਿਣ ਲੱਗੇ ਹੁਣ ਹੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਮੈਂ ਤੁਹਾਡਾ ਹੁਣ ਅੰਤ ਕਰਨ ਵਾਸਤੇ ਆਪਣੇ ਸਾਥੀਆਂ ਦਾ ਬਦਲਾ ਲੈਣ ਵਾਸਤੇ ਅੱਗੇ ਆਇਆ ਹਾਂ। ਸ੍ਰੀ ਹਰਗੋਬਿੰਦ ਸੁਨ ਮੁਸਕਾਏ। ਔਰ ਸਹਿਬ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਸ਼ਾਂਤ ਖੜੇ ਸਨ। ਕਾਲੇ ਖਾਂ ਕੋਲ ਚੱਲ ਕੇ ਆਇਆ ਹੈ ਤੇ ਕਾਲੇ ਖਾਂ ਦੀ ਗੱਲ ਸੁਣ ਕੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਤਰੀਕੇ ਦੇ ਨਾਲ ਤੇਰੇ ਜਿਹੜੇ ਸਾਥੀ ਗਏ ਨਾ ਪਹਿਲਾਂ, ਜਿਸ ਤਰ੍ਹਾਂ ਉਹ ਉਸੇ ਤਰ੍ਹਾਂ ਦਾ ਕਰੇਗਾ ਜਿਸ ਤਰ੍ਹਾਂ। ਔਰ ਬਾਕੀ ਸਾਰਿਆਂ ਨੇ ਵੀ ਕਰਕੇ ਵੰਗਾਰਿਆ ਸੀਗਾ ਤੇ ਸਾਡੇ ਨਾਲ ਤੇ ਉਹਨਾਂ ਨੇ ਵੀ ਸਾਡੇ ਨਾਲ ਵੱਡਾ ਯੁੱਧ ਕੀਤਾ। ਕਿੰਨੀ ਤਗੜੀ ਸੈਨਾ ਤੁਸੀਂ ਚੜ੍ਹ ਕੇ ਆਏ ਸੀਗੇ, ਸਾਡੇ ਯੋਧਿਆਂ ਨੇ ਸਾਰਿਆਂ ਦਾ ਖਾਤਮਾ ਕਰ ਦਿੱਤਾ ਹੈ, ਅੰਤ ਕਰ ਦਿੱਤਾ ਹੈ, ਤੁਸੀਂ ਕੁਝ ਹੁਣ ਬਚੇ ਹੋਏ ਹੋ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ, ਮੌਤ ਵਾਲਾ ਰਸਤਾ ਅਜੇ ਬੰਦ ਨਹੀਂ ਹੋਇਆ ਹੈ। ਔਰ ਹੇ ਕਾਲੇ ਖਾਂ, ਜੇ ਤੇਰਾ ਸ਼ੌਂਕ ਹੈ ਸਾਡੇ ਨਾਲ ਤੇ ਕਹਿਣ ਲੱਗੇ ਕਿ ਤੂੰ ਬਹਾਦਰ ਯੋਧਾ ਹੈ, ਚਲੋ ਠੀਕ ਹੈ, ਹਮ ਠਾਂਡੇ ਅਬ ਤੋਹੇ ਅਗਾਰੀ, ਜੇ ਤੂੰ ਵੀ ਸਾਡੇ ਨਾਲ ਹੀ ਮੁਕਾਬਲਾ ਕਰਨਾ ਹੈ ਤੇ ਅਸੀਂ ਖੜੇ ਹਾਂ, ਆਪਣਾ ਚਾਉ ਪੂਰਾ ਕਰ ਲੈ, ਆਪਣੇ ਵਾਰ ਕਰਕੇ ਦੇਖ ਲੈ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਗੋਂ ਵਚਨ ਕੀਤਾ ਹੈ, ਤੂੰ ਆਖਦਾ ਹੈ ਤੇਰੇ ਸਾਥੀਆਂ ਦੇ ਵਿੱਚ, ਬਾਦਸ਼ਾਹ ਦੇ ਘਰ ਦੇ ਵਿੱਚ ਤੇਰੇ ਤੀਰ ਅੰਦਾਜ਼ੀ ਦੀ ਵਿਦਿਆ ਹੈ। ਕਹਿਣ ਲੱਗੇ ਸਾਨੂੰ ਦਿਖਾਓ, ਅਸੀਂ ਤੇਰੀ ਤੀਰ ਅੰਦਾਜ਼ੀ ਦੀ ਵਿਦਿਆ ਪਹਿਲਾਂ ਦੇਖਣੀ ਚਾਹੁੰਦੇ ਹਾਂ। ਪਹਿਲਾਂ ਅਸੀਂ ਤੇਰੇ ਵਾਰ ਸਮਾਂਗੇ। ਹੇ ਕਾਲੇ ਖਾਂ, ਤੇਰੇ ਤੇ ਵਾਰ ਨਹੀਂ ਕਰਦੇ। ਤੂੰ ਆਖਦਾ ਹੈ ਨਾ ਮੇਰੇ ਕੋਲ ਵਿਦਿਆ ਬੜੀ ਤਗੜੀ ਹੈ, ਮੇਰੇ ਕੋਲ ਜੰਗ ਦਾ ਤਜਰਬਾ ਬੜਾ ਤਗੜਾ ਹੈ। ਤੇ ਸਤਿਗੁਰਾਂ ਨੇ ਮਨ ਦੇ ਵਿੱਚ ਸਤਿਗੁਰਾਂ ਨੇ ਕਾਲੇ ਖਾਂ ਨੂੰ ਆਖਿਆ ਤੇਰਾ ਵੀ ਮਨ ਦੇ ਵਿੱਚ ਕੋਈ ਸ਼ੰਕਾ ਨਾ ਰਹਿ ਜਾਏ। ਕਹਿਣ ਲੱਗੇ ਪਹਿਲਾਂ ਤੈਨੂੰ ਮੌਕਾ ਪੂਰਾ ਦਿੱਤਾ ਜਾਏਗਾ। ਪਿੱਛੇ ਕਰੋ ਬਿਲੋਕਨ ਮੋਰਾ। ਹੇ ਕਾਲੇ ਖਾਂ, ਰੱਜਵੇਂ ਵਾਰ ਕਰ ਲੈ ਤੇ ਯਾਦ ਰੱਖੀ ਫਿਰ ਸਾਡਾ ਵੀ ਵਾਰ ਰੋਕ ਕੇ ਦਿਖਾਵੀਂ, ਸਾਡੇ ਵਾਰ ਵੀ ਸਰੀਰ ਤੇ ਸਵੀਂ। ਪਹਿਲਾਂ ਕਰ ਲੈ ਫਿਰ ਸਾਨੂੰ ਵੀ ਮੌਕਾ ਦਵੀਂ, ਫਿਰ ਅਸੀਂ ਵਾਰ ਕਰਾਂਗੇ। ਔਰ ਇਸ ਤਰ੍ਹਾਂ ਸੁਣਦਿਆਂ ਸਾਰੀ ਕਾਲੇ ਖਾਂ ਖੁਸ਼ ਵੀ ਹੋਇਆ ਹੈ। ਉਸ ਵੇਲੇ ਹੱਥ ਦੇ ਵਿੱਚ ਪਕੜਿਆ ਹੋਇਆ ਧਨੁੱਖ ਸਿੱਧਾ ਕੀਤਾ ਹੈ ਤੇ 94ਵਾਂ ਤੀਰ ਉੱਪਰ ਤਾਣਿਆ ਹੈ ਤੇ ਤੰਦੀ ਨੂੰ ਖਿਲਾਰਿਆ ਹੈ, ਖਿੱਚਿਆ ਹੈ ਕਾਲੇ ਖਾਂ ਨੇ। ਔਰ ਭਾਰਾ ਤੀਰਥ ਕੱਢ ਕੇ ਤਿੱਖਾ ਤੇ ਪੂਰੇ ਬਲ ਦੇ ਨਾਲ ਚੰਗਾ ਹੌਸਲੇ ਦੇ ਨਾਲ ਨਿਸ਼ਾਨਾ ਲੈ ਕਰਕੇ ਕਾਲੇ ਖਾਂ ਨੇ ਸਾਰਾ ਜ਼ੋਰ ਭਰ ਕੇ ਛੇਵੇਂ ਕੋਲ ਜਾ ਕਰਕੇ ਤਗੜਾ ਤੀਰ ਦੇ ਨਾਲ ਔਰ ਲੱਗਿਆ ਬੜੇ ਮਾਨ ਦੇ ਵਿੱਚ, ਕਿਉਂਕਿ ਬੜਾ ਹੈ ਕਿ ਮੇਰਾ ਵਾਰ ਕਦੇ ਖਾਲੀ ਨਹੀਂ ਗਿਆ, ਬਾਣ ਬੜਾ ਤਗੜਾ ਹੈ ਵਿਦਿਆ ਤੇ। ਹੁਣ ਕਾਲੇ ਖਾਂ ਵਾਰ ਕਰਦਾ ਹੈ,
ਵਾਰ ਕਰਦਿਆਂ ਹੋਇਆ ਨਾਲ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਸ ਤਰ੍ਹਾਂ ਕਹਿ ਰਿਹਾ ਹੈ। ਦੇਹ ਪਤਾ ਜਿਮ ਵਿਦਿਆਵਾਨ। ਇਹ ਸਤਿਗੁਰੂ ਜੀ, ਮੌਕਾ ਤਾਂ ਤੁਸੀਂ ਮੈਨੂੰ ਦੇ ਦਿੱਤਾ ਹੈ ਵਿਦਿਆ ਦਾ, ਮੇਰੀ ਵਿਦਿਆ ਦੇਖਣੀ ਚਾਹੁੰਦੇ ਹੋ। ਕਹਿਣ ਲੱਗੇ ਫਿਰ ਆ ਤੁਹਾਨੂੰ ਦੱਸਦਾ ਹਾਂ ਮੇਰੇ ਕੋਲ ਕਿੰਨੀ ਤਗੜੀ ਵਿਦਿਆ ਹੈ ਤੇ ਕਿਸ ਤਰ੍ਹਾਂ ਦੇ ਮੇਰੇ ਵਾਰ ਹਨ। ਮਾਰਾ ਹੀ ਜਾਨੋ ਤਰ ਗਿਰਿਓ। ਤੇ ਉਸ ਵੇਲੇ ਕਹਿਣ ਲੱਗਾ ਮੇਰਾ ਤੀਰ ਚੱਲਦਿਆਂ ਸਾਰੀ ਹੀ ਪਾਤਸ਼ਾਹ ਤੁਹਾਡਾ ਜਿਹੜਾ ਸਰੀਰ ਹੈ ਇਹ ਧਰਤੀ ਤੇ ਡਿੱਗ ਜਾਏਗਾ। ਵਾਰ ਤਾਂ ਮੈਨੂੰ ਦੇ ਦਿੱਤਾ ਹੈ ਕਰਨ ਵਾਸਤੇ ਮੌਕਾ, ਪਰ ਮੈਂ ਹੁਣ ਮੇਰੇ ਵਾਰ ਤੋਂ ਤੁਸੀਂ ਬਚਾ ਨਹੀਂ ਕਰ ਸਕਦੇ। ਕਹਿਣ ਲੱਗਾ ਮੇਰਾ ਵਾਰ, ਮੇਰਾ ਤੀਰ ਇਤਨੀ ਤੇਜ਼ੀ ਦੇ ਵਿੱਚ ਆਏਗਾ, ਹੇ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਨੂੰ ਆਪਣੇ ਸਰੀਰ ਨੂੰ ਬਚਾਉਣ ਦਾ ਮੌਕਾ ਨਹੀਂ ਮਿਲੇਗਾ। ਕਾਲੇ ਖਾਂ ਕਹਿਣ ਲੱਗਾ ਤਨ ਤੁਹਾਡਾ ਹੁਣ ਧਰਤੀ ਤੇ ਡਿੱਗੇਗਾ। ਆਪ ਤਾਂ ਸਰ ਸਤਿਗੁਰੂ ਨਿਹਾਰਿਓ। ਇਸ ਤਰ੍ਹਾਂ ਗੁੱਸੇ ਦੇ ਵਿੱਚ ਕਹਿੰਦਿਆਂ ਹੋਇਆਂ ਕਾਲੇ ਖਾਂ ਨੇ ਜ਼ੋਰ ਦੇ ਨਾਲ ਤੰਦੀ ਖਿੱਚ ਕੇ ਤੇ ਬੜੀ ਤੇਜ਼ੀ ਦੇ ਨਾਲ ਜਿਹੜਾ ਤੀਰ ਹੈ ਨਿਸ਼ਾਨਾ ਤੀਰ ਇਤਨਾ ਤੇਜ਼ ਕਿ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਝੱਟ ਹੀ ਜਾਣ ਲਿਆ ਕਿ ਕਾਲੇ ਖਾਂ ਨੇ ਕਿੱਥੇ ਨਿਸ਼ਾਨਾ ਲਾਇਆ ਹੈ। ਸਤਿਗੁਰਾਂ ਨੇ ਆਪਣਾ ਥੋੜਾ ਜਿਹਾ ਮੁੱਖ ਜਿਹੜਾ ਹੈ ਆਵਤ ਸਰ ਸਤਿਗੁਰ ਨੇ ਹਰਿਓ। ਹਰਗੋਬਿੰਦ ਸਾਹਿਬ ਜੀ ਨੇ ਸੂਰਮੇ ਇਸ ਢੰਗ ਦੇ ਨਾਲ ਤੀਰ ਛੱਡਦੇ ਸਨ ਕਿ ਕਈ ਵਾਰੀ ਸਾਹਮਣੇ ਖੜੇ ਹੋਏ ਯੋਧੇ ਨੂੰ ਪਤਾ ਵੀ ਨਹੀਂ ਸੀ ਲੱਗਦਾ ਕਿ ਧੜ ਦਾ ਨਿਸ਼ਾਨਾ ਹੈ, ਘੋੜੇ ਦਾ ਨਿਸ਼ਾਨਾ ਹੈ, ਸਿਰ। ਇੰਨੀ ਯੁੱਧ ਵਿਦਿਆ ਦੇ ਵਿੱਚ ਹੱਥਾਂ ਦੇ ਵਿੱਚ, ਪਰ ਇਤਨੀ ਤੇਜ਼ੀ ਦੇ ਵਿੱਚ ਤੀਰ ਆ ਗਿਆ ਹੈ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਾਣ ਗਏ ਹਨ ਕਿ ਇਹ ਤੀਰ ਸਿੱਧਾ ਸਿਰ ਵਾਲੇ ਪਾਸੇ ਆ ਰਿਹਾ ਹੈ। ਹਰ ਖਬਰਾ ਕੁਛ ਮਾਸ ਉਤਾਰੇ। ਔਰ ਸਤਿਗੁਰਾਂ ਨੇ ਭਾਵੇਂ ਆਪਣਾ ਚਿਹਰਾ ਇੱਕਦਮ ਪਾਸੇ ਕੀਤਾ ਹੈ, ਪਰ ਜਦੋਂ ਮੁੱਖ ਇੱਕ ਪਾਸੇ ਕੀਤਾ ਇਹ ਤੀਰ ਮੱਥੇ ਨੂੰ ਛੂੰਹਦਾ ਹੋਇਆ ਇਹਦਾ ਇੱਕ ਜਿਹੜਾ ਖਪਰਾ ਹੈ ਉਹ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਸਤਕ ਨੂੰ ਛੋਹਿਆ ਹੈ। ਗਰੀਬ ਨਿਵਾਜ ਸਤਿਗੁਰਾਂ ਨੇ ਉਸ ਵੇਲੇ ਕਾਲੇ ਖਾਨ ਨੂੰ ਸ਼ਾਬਾਸ਼ ਵੀ ਦਿੱਤੀ ਹੈ ਕਿ ਸੁਬਾਹ ਦੇ ਤੇਰੇ ਜਰਨੈਲ ਵਾਰ ਤਾਂ ਕਰ ਰਹੇ ਸਨ ਪਰ ਅਜੇ ਤੱਕ ਸਾਡੇ ਸਰੀਰ ਤੇ ਵਾਰ ਲੱਗਿਆ ਨਹੀਂ ਸੀਗਾ। ਚੱਲ ਸ਼ੁਕਰ ਹੈ ਕਾਲੇ ਖਾਂ, ਚਲੋ ਥੋੜਾ ਜਿਹਾ ਤੇਰਾ ਤੀਰ ਛਾਇਆ ਤਾਂ ਹੈ, ਛੋਇਆ ਤਾਂ ਹੈ, ਚਲੋ ਠੀਕ ਹੈ ਤੇਰੀ ਵਿਦਿਆ। ਹੁਣ ਕਾਲੇ ਖਾਂ ਨੇ ਜ਼ੋਰ ਦੇ ਨਾਲ ਤੀਰ ਸਾਰਾ ਬਲ ਭਰ ਕੇ ਪਾਤਸ਼ਾਹ ਜੀ ਨੇ ਫੁਰਤੀ ਦੇ ਨਾਲ ਚਿਹਰਾ ਸਾਈਡ ਤੇ ਕੀਤਾ ਹੈ, ਮੱਥੇ ਨੂੰ ਤੀਰ ਥੋੜਾ ਜਿਹਾ ਛੂ ਕਰਕੇ ਅੱਗੇ ਲੰਘ ਗਿਆ ਹੈ। ਔਰ ਸੁਬਾਹ ਤੋਂ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜੰਗ ਦੇ ਮੈਦਾਨ ਦੇ ਵਿੱਚ ਲੜ ਰਹੇ ਸਨ। ਭਾਵੇਂ ਬਾਕੀ ਸੂਰਮਿਆਂ ਦੇ ਸਰੀਰ ਲਹੂ ਦੇ ਨਾਲ ਲੱਥ-ਪੱਥ ਸਨ, ਕਈ ਤਰ੍ਹਾਂ ਦੇ ਫੱਟ ਲੱਗੇ ਹੋਏ ਹਨ ਔਰ ਉਹਨਾਂ ਦਾ ਮੁਖੜਾ, ਉਹਨਾਂ ਦੇ ਬਸਤਰ ਨਿਵਾਜ ਜਿਹੜਾ ਸ਼ਸਤਰ ਹੈ ਉਹ ਬੂੰਦ ਰਗਤ ਕੀ ਵਿੱਚੋਂ ਕੁਝ ਕੁ ਬੂੰਦਾ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹਨ। ਤੇ ਕਵੀ ਜੀ ਇੰਝ ਲਿਖਦੇ ਹਨ, ਕਹਿਣ ਲੱਗੇ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕੋਈ ਜੰਗ ਯੋਧਾ ਜਿੱਤਦਾ ਸੀਗਾ ਤੇ ਉਹਦੀ ਫਿਰ ਤਿਲਕ ਪੋਸ਼ੀ ਕੀਤੀ ਜਾਂਦੀ ਸੀ, ਜਿੱਤ ਦੇ ਨਗਾਰੇ ਵੱਜਦੇ ਸਨ ਤੇ ਜਿੱਤ ਦਾ ਤਿਲਕ ਮੱਥੇ ਤੇ ਲਾਇਆ ਜਾਂਦਾ ਸੀਗਾ। ਕਵੀ ਜੀ ਲਿਖਦੇ ਹਨ, ਕਹਿਣ ਲੱਗੇ ਇੰਝ ਹੋਇਆ ਮਾਨੋ ਜੰਗ ਦੇ ਅੰਤ ਵੇਲੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੱਥੇ ਤੇ ਖੁਦਾ ਨੇ, ਪਰਮਾਤਮਾ ਨੇ ਜਿੱਤਣ ਦਾ ਜਿਹੜਾ ਤਿਲਕ ਹੈ ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨ ਦੇ ਵਿੱਚ ਵੀ ਫਿਰ ਉਸ ਵੇਲੇ ਜਿਹੜਾ ਵੀਰ ਰਸ ਹੈ ਉਹ ਦੁੱਗਣਾ ਚੌਗਣਾ ਹੋਇਆ ਹੈ। ਔਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਇੱਕ ਤਿੱਖਾ ਜਿਹੜਾ ਤੀਰ ਆਪਣੇ ਪੱਥੇ ਦੇ ਵਿੱਚੋਂ ਵੀ ਕੱਢਿਆ ਹੈ ਤੇ ਸਤਿਗੁਰਾਂ ਨੇ ਵੀ ਖਿੱਚ ਕੇ ਤੀਰ, ਕਾਲੇ ਖਾਂ ਥੋੜਾ ਜਿਹਾ ਪਿਛਾਂਹ ਹਟਿਆ ਹੈ ਤੇ ਸਤਿਗੁਰਾਂ ਨੇ ਵੀ ਤੀਰ ਖਿੱਚ ਕੇ ਤੇਲੇ ਤੇ ਚਾੜ ਕੇ
ਕਾਲੇ ਅੱਖਾਂ ਵਾਲੇ ਪਾਸੇ ਛੱਡਿਆ ਹੈ। ਦੇਖ ਸਰੂਪ ਕੋ ਡਰ ਬਹੁ ਤਾਰਾ। ਔਰ ਸਤਿਗੁਰਾਂ ਦੇ ਇਸ ਵੀਰ ਰਸੀ ਸਰੂਪ ਨੂੰ ਦੇਖ ਕੇ ਕਾਲੇ ਖਾਂ ਥੋੜਾ ਜਿਹਾ ਪਿੱਛੇ ਹਟ ਗਿਆ ਹੈ। ਪੇਖ ਸਰੂਪ ਕੋ ਡਰ ਬਹੁ ਧਾਰਾ, ਬੜਾ ਵੱਡਾ ਡਰ ਉਹਨੇ ਧਾਰਨ ਕੀਤਾ ਹੈ। ਤਾਨਤ ਤਨ ਕੋ ਡਰ ਕਰ ਚਾਲਾ। ਤੇ ਸਤਿਗੁਰਾਂ ਨੇ ਜਿਹੜਾ ਧਨਖ ਤਾਣਿਆ ਹੋਇਆ ਹੈ, ਤੰਦੀ ਖਿੱਚੀ ਹੋਈ ਹੈ, ਤੀਰ ਧਨਖ ਨੂੰ ਛੱਡਦਾ ਹੋਇਆ ਕਾਲੀ ਦੇ ਨਾਲ ਬਾਹਰ ਨਿਕਲਿਆ ਹੈ। ਪ੍ਰੇਰਤ ਬਾਜੀ ਬਹੁ ਬਲ ਵਾਲਾ। ਤੇ ਕਹਿਣ ਲੱਗੇ ਕਿ ਹੁਣ ਤੇ ਜਿਹੜਾ ਹੁਣ ਤੇਜ ਤੇ ਫੁਰਤੀਲਾ ਛਾਲਾ ਮਾਰਨ ਵਾਲਾ ਬੜਾ ਬਿਜਲੀ ਦੇ ਵਾਂਗ ਚੱਲਣ ਵਾਲਾ ਘੋੜਾ ਹੈ। ਕਾਲੇ ਖਾਨ ਨੇ ਝਾਟੀ ਉਹਨੂੰ ਅੱਡੀ ਲਾਈ ਹੈ। ਘੋੜੇ ਨੇ ਇੱਕਦਮ ਛਾਲ ਮਾਰੀ ਹੈ। ਬੜਾ ਜਿਹੜਾ ਤੇਜ਼ ਚੰਚਲ ਘੋੜਾ ਹੈ। ਘੋੜਿਆਂ ਨੂੰ ਇਸ ਕਰਕੇ ਜੰਗ ਦੇ ਵਾਸਤੇ ਟ੍ਰੇਨਿੰਗ ਦਿੱਤੀ ਜਾਂਦੀ ਸੀ ਕਿ ਜਦੋਂ ਕੋਈ ਵਾਰ ਹੋਵੇ, ਅੱਡੀ ਲਾਈ ਜਾਵੇ ਤੇ ਘੋੜਾ ਉਸੇ ਵੇਲੇ ਛਾਲ ਮਾਰ ਕੇ ਇੱਕ ਸਾਈਡ ਤੇ ਹੋ ਜਾਵੇ ਤੇ ਤੀਰਾਂ ਗੋਲੀਆਂ ਤੋਂ ਬਚਾਅ ਹੋ ਸਕੇ। ਪਰ ਹੁਣ ਕਾਲੇ ਖਾਨ ਨੇ ਆਪਣੇ ਘੋੜੇ ਨੂੰ ਜਦੋਂ ਜ਼ੋਰ ਦੇ ਨਾਲ ਪ੍ਰੇਰਿਆ ਹੈ, ਛੁਟਿਓ ਤੀਰ ਗੁਰ ਕਰਤੇ ਐਸੇ। ਪਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਨਿਕਲਿਆ ਹੋਇਆ ਤੇਜ ਤੀਰ ਸੀਗਾ। ਔਰ ਜਿਸ ਤਰ੍ਹਾਂ ਇੱਕ ਜ਼ਹਿਰੀਲਾ ਸੱਪ ਉੱਡ ਕੇ ਡੰਗਦਾ ਹੈ, ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹ ਤੀਰ ਜ਼ਹਿਰ ਦੇ ਨਾਲ ਭਰਿਆ ਹੋਇਆ, ਜਿਸ ਤਰ੍ਹਾਂ ਸੱਪ ਉੱਡ ਕੇ ਪੈਂਦਾ ਹੈ ਕਈ ਵਾਰੀ, ਜਿਹੜੇ ਛਾਲ ਮਾਰ ਕੇ ਜਾਂ ਉੱਡ ਕੇ ਲੜਨ ਵਾਲੇ ਸੱਪ ਜਿਸ ਤਰ੍ਹਾਂ ਉਹ ਪੈਂਦੇ ਹਨ ਤੇਜ਼ੀ ਦੇ ਨਾਲ, ਇਸੇ ਤਰ੍ਹਾਂ ਸਤਿਗੁਰਾਂ ਦਾ ਤੀਰ ਇੱਕਦਮ ਕਾਲੇ ਹੈ। ਤੁਰਕ ਗਇਓ ਬਾਜ ਤੁਰੰਗ ਸੰਘਾਰਿਓ। ਤੇ ਕਹਿਣ ਲੱਗੇ ਤੁਰਕ ਤਾਂ ਜਿਹੜਾ ਸੀਗਾ ਕਾਲੇ ਖਾਂ ਤਾਂ ਆਪਣੇ ਸਰੀਰ ਦਾ ਬਚਾਅ ਕਰ ਗਿਆ, ਪਰ ਘੋੜੇ ਨੇ ਜਦੋਂ ਛਾਲ ਮਾਰੀ ਹੈ ਇਹ ਘੋੜੇ ਦੇ ਵਿੱਚੋਂ ਦੀ ਲੰਘਿਆ ਹੈ। ਲਗਿਓ ਕੁਦਰ ਮੈਂ ਪਾਰ ਪਧਾਰਿਓ। ਤੇ ਘੋੜੇ ਦੇ ਪੇੜ ਦੇ ਵਿੱਚੋਂ ਦੀ ਤੀਰ ਦੂਸਰੇ ਪਾਸਿਓਂ ਦੀ ਪਾਰ ਹੋ ਗਿਆ ਹੈ। ਕਾਲੇ ਖਾਨ ਉਤਰ ਕਰ ਕਰਿਓ। ਤੇ ਘੋੜਾ ਹੈ ਡਿੱਗਾ ਤੇ ਕਾਲੇ ਖਾਂ ਇੱਕਦਮ ਉੱਤਰ ਆਪਣੇ ਆਪ ਦੀ ਸੰਭਾਲ ਸੰਭਾਰਨ ਕਰਿਓ। ਤੇ ਛੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਾਲੀ ਕਿਤੇ ਹੋਰ ਵਾਰ ਨਾ ਕਰ ਦੇਣ। ਕਾਲੇ ਖਾਂ ਡਰਿਆ ਹੋਇਆ ਇੱਕਦਮ ਸੁਚੇਤ ਹੋ ਗਿਆ ਹੈ, ਘੋੜਾ ਡਿੱਗਣ ਹੀ ਲੱਗਾ ਹੈ। ਕਾਲੇ ਖਾਂ ਇੱਕਦਮ ਸਾਈਡ ਤੇ ਹੋ ਕੇ ਖੜ ਗਿਆ ਹੈ, ਆਪਣੇ ਆਪ ਨੂੰ ਆਪਣੇ ਸਰੀਰ ਨੂੰ ਕਾਲੀ ਦੇ ਨਾਲ ਸੰਭਾਲਿਆ ਹੈ। ਕਹਿਤ ਪਇਓ ਔਰ ਇੱਕ ਹੈ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਹਨ। ਗੱਲ ਕਹੀ ਹੈ ਪਾਤਸ਼ਾਹ ਧੰਨ ਕਹਿਣ ਲੱਗੇ ਜੰਗ ਦੇ ਮੈਦਾਨ ਦੇ ਕੁਝ ਅਸੂਲ ਹੁੰਦੇ। ਇਹ ਪਾਤਸ਼ਾਹ ਜਾਂਦਾ ਹੈ ਕਿ ਧਰਮ ਦਾ ਯੁੱਧ ਕਰ ਦਿਓ ਬਰਾਬਰ ਦੇ, ਤੁਸੀਂ ਜੇ ਵਾਰ ਕਰੋਗੇ ਤੇ ਠੀਕ ਨਹੀਂ ਹੋਏਗਾ। ਕਹਿਣ ਤੋਂ ਭਾਵ ਮੈਂ ਜੰਗ ਦੇ ਮੈਦਾਨ ਤੇ ਤੁਸੀਂ ਨਹੀਂ ਲੱਗਦਾ। ਜਦੋਂ ਸੂਰਮੇ ਦੇ ਨਾਲ ਲੜਦਾ ਹੈ ਤੇ ਉਹ ਬਰਾਬਰ ਤੇ ਹੋ ਕੇ ਲੜੇ ਤਾਂ ਗੱਲ ਬਣਦੀ ਹੈ। ਕਾਲੇ ਖਾਂ ਨੇ ਆਖਿਆ ਹੈ, ਕਹਿਣ ਲੱਗਿਆ ਪਾਤਸ਼ਾਹ ਜੇ ਘੋੜੇ ਤੇ ਚੜ੍ਹ ਕੇ ਵਾਰ ਕਰੋਗੇ ਤੇ ਇਹ ਨੀਤੀ ਠੀਕ ਨਹੀਂ ਹੋਏਗੀ। ਜੇ ਤੁਮ ਕਰੋ ਜੰਗ ਕੀ ਰੀਤੀ। ਤੇ ਸਤਿਗੁਰੂ ਜੀ ਜੇ ਰੀਤੀ ਦੇ ਮੁਤਾਬਕ ਮਰਿਆਦਾ ਦੇ ਮੁਤਾਬਕ ਤੁਸੀਂ ਵਾਰ ਕਰਦੇ ਹੋ, ਧਰਮ ਦਾ ਯੁੱਧ ਕਰਦੇ ਹੋ ਕਰੋ ਧਰਾ ਪਰ ਮੈਂ ਹੈ ਬਿਨਾ। ਤੇ ਸਤਿਗੁਰੂ ਜੀ ਜਿਸ ਤਰ੍ਹਾਂ ਮੈਂ ਧਰਤੀ ਤੇ ਖੜਾ ਹਾਂ ਉਸੇ ਤਰ੍ਹਾਂ ਤੁਸੀਂ ਵੀ ਬਰਾਬਰ ਤੇ ਆਓ। ਤੁਮ ਚੜ ਰਹੇ ਪੇਗ ਜਿਸ ਕਾ ਨਾਮ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀਓ ਤੁਸੀਂ ਘੋੜੇ ਤੇ ਸਵਾਰ ਹੋ, ਇਸ ਤਰ੍ਹਾਂ ਨਹੀਂ ਗੱਲ ਬਣਦੀ ਹੈ। ਜੇਕਰ ਸਮ ਹੋਏ ਰਣ ਕੋ ਕਰੋ। ਇਹ ਪਾਤਸ਼ਾਹ ਗੱਲ ਤਾਂ ਹੈ ਜੇ ਕਿਤੇ ਤੁਸੀਂ ਮੇਰੇ ਸਾਹਮਣੇ ਬਰਾਬਰ ਤੇ ਆ ਕਰਕੇ ਮੇਰੇ ਨਾਲ ਸਾਵਾਂ ਜਿਹੜਾ ਜੰਗ ਕਰੋ ਜੀ। ਭਗਤ ਰੰਗ ਚਰਨ ਪਰ ਥਿਰੋ। ਔਰ ਮੇਰੀ ਬੇਨਤੀ ਹੈ
ਵਿੱਚ ਲੜਨਾ ਹੈ ਤੇ ਪੈਰਾਂ ਦੇ ਭਾਰ ਖੜੇ ਹੋ ਕਰਕੇ ਮੇਰੇ तो मैं करूं खड्ग संग्रामा। और मेरी इच्छा है कि मैं खड़ग ਦੇ ਵਾਰ ਦੇ ਨਾਲ ਡਿੱਗਿਆ ਹੈ ਤੇ ਛੇਵੇਂ ਪਾਤਸ਼ਾਹ ਜੀ ਨੂੰ ਬਰਾਬਰ ਤੇ ਆ ਕਰਕੇ ਤੇ ਤਲਵਾਰ और मेरे पास बड़े तगड़े वार हैं, मेरे पास तलवार की भी तगड़ी विद्या है। जे किते तुसी मेरे कोल आओ मैं तुहानू तगड़े दा लावांगा ते जे सतगुरु जी मेरी गल नहीं मनोगे घोड़े ते रह करके तुसी वार करोगे ते मैं कुछ नहीं कर सकता, फिर तुसी अपना वार कर लो भावें जंग दे कीता जाए। हे पातशाह जिस तरह पहला तीरां दा वड्डा और उस तरह हुण सावा तलब पातशाह जी ने उन्होंने भी कदे निराश नहीं किया है। कहने लगे हे काले खां ठीक है जे तू चाहुंदा है सुन सतगुर काले खां बैन। सह पातशाह धन गुरु हरगोबिंद साहब जी ने काले खां दे जदों इस तरह दीयां गल्लां सुनिया हन और छेवें पातशाह धन गुरु हरगोबिंद साहब जी जिन्हां दे अंदर भोरा भी डर नहीं है, गरीब निवाज सतगुरु जी उन्होंने उस वेले सतगुरा ने कहन लगे कि तजियो तरंग जिन्हों कुछ भय ना, जिन्होंने भोरा भी डर नहीं है सतगुरा ने झट ही घोड़े तो छाल मारी है। खां तेरे मन दे विच भी किसी तरह पैंदे खां वांग ते कुतब खां वांग तेरे मन दे विच कोई शंका ना रह जाए, शंका नहीं रहन देवांगी कि जे मैं इंज जांदा ये गल भी असीं तेरे मन दे विच नहीं रहन देवांगे। सह पातशाह धन गुरु हरगोबिंद साहब जी चित होश ना रहे ना रहे काले खां तेरे मन इच्छा अधूरी नहीं रहनी चाहिए है। हे काले खां जिस तरह हुण तू जंग दे असीं जिस ढंग दे नाल तीर दे नाल नेजे दे नाल भाले दे नाल वर्षे दे नाल तलवार दे नाल जिस तरह तू कहेगा असीं उस तरह जंग दे मैदान दे विच लड़न वास्ते तैयार हाँ। ते सतगुरां ने भी फिर काले खां ने हथ दे विच तलवार ते ढाल पकड़ी हुई है। इधर सतगुरु धन गुरु हरगोबिंद साहब जी ने भी धनख रख के ते सतगुरां ने हथ दे विच तेज तलवार पकड़ लई है, दूसरे हाथ दे विच ढाल फड़ और हुण दो जरनैल दोनों फौजां दे मुखी, एक पासे बादशाह दी फौज दा मुखी है काले खां ते दूजे पासे सतगुरु जी आप फौज दे मुखी हन, सैनापति हन। गुरु जी ते काले खां जंग दा अखीरला समा है, बस इन्हां दो योद्धियां दे उपर ही जंग दा नतीजा है, जिहड़ा भी जित जाएगा। हुण बाकी दलां दे दोनों ही वड्डे सरदार हन ते दोनों दे अंदर भारी उत्साह है, तगड़ा तजर्बा है, किसी तरह की कोई घाट नहीं है। काले खां भी विद्या दे विच निपुण है ते सह पातशाह धन गुरु हरगोबिंद साहब जी भारे योद्धे हन, कहन लगे निपुण हन ते दोनों वीर बहादुर योद्धे वीर राज विच भरे हुए हन। दाल ला कर एक दूजे नूं खत्म
ਆਪਣੀ ਸੈਨਾ ਦਾ ਨਗਾਰਾ ਵਜਾਉਣਾ ਚਾਹੁੰਦੇ ਹਨ, ਜਿੱਤ ਸਾਡੀ ਹੋਵੇ। ਦੋਨੋਂ ਹੀ ਜੰਗ ਦੇ ਮੈਦਾਨ ਦੇ ਵਿੱਚ ਕਾਲੇ ਖਾਂ ਵੀ ਜਿੱਤਣਾ ਚਾਹੁੰਦਾ ਹੈ, ਸਭ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਜਿੱਤਣ ਵਾਸਤੇ ਜੰਗਾਂ ਦੇ ਵਿੱਚ ਉਤਰਦੇ ਹਨ। ਦੋਨੋਂ ਕੇ ਆਨਨ ਪਰ ਲਾਲੀ ਔਰ ਦਗ ਦਗ ਕਰ ਰਹੇ ਸਨ ਜੰਗ ਦੇ ਤੇ ਭਾਰੀ ਹੈ, ਮੌਤ ਦਾ ਕਿਸੇ ਵੀ ਪਾਸੇ ਵੀ ਕਿਸੇ ਨੂੰ ਡਰ ਨਹੀਂ ਹੈ। ਦੋਨੋਂ ਵਿਦਿਆਵਾਨ ਮਿਸਾਲੀ ਔਰ ਵੱਖਰੇ ਵੱਖਰੇ ਤਰ੍ਹਾਂ ਦੀ ਵਿਦਿਆ ਦੀ ਵਿਸ਼ਾਲਤਾ ਦੋਨੋਂ ਯੋਧਿਆਂ ਦੇ ਅੰਦਰ ਵੱਡੀ ਹੈ। ਦੋਨੋਂ ਬੜੀ ਤੀਬਰ ਦੀ ਛੇਤੀ ਦੇ ਨਾਲ ਸਾਡਾ ਦਲ ਜਿੱਤ ਜਾਏ, ਦੂਸਰਾ ਆਖਦਾ ਸਾਡਾ ਦਲ ਜਿੱਤ ਜਾਏ। ਜਿੱਤਣ ਦੀ ਵੱਡੀ ਲਾਲਸਾ ਹੈ। ਦੋਨੋਂ ਕੋ ਦਲ ਦੇਖਤ ਆਖੀ ਤੇ ਦੋਨਾਂ ਦੇ ਦਲ ਇੱਕ ਇੱਕ ਪਾਸੇ ਹੋ ਕਰਕੇ ਖੜ ਗਏ ਹਨ, ਜਿਵੇਂ ਕੇਵਲ ਦੇਖਣ ਵਾਸਤੇ ਹੀ ਆਏ ਹੋਣ। ਹੁਣ ਪਿੱਛੇ ਕੀਤੇ ਹੋਏ ਹਨ, ਇੱਕ ਵਾਰੀ ਜਿਸ ਤਰ੍ਹਾਂ ਸਿਰਫ ਦੇਖਣ ਵਾਸਤੇ ਹੀ ਜੰਗ ਆਏ ਹੋਣ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਔਰ ਕਾਲੇ ਖਾਂ ਜੰਗ ਦੇ ਮੈਦਾਨ ਦੇ ਵਿੱਚ ਅੱਗੇ ਹੋਏ ਹਨ, ਬਾਕੀ ਸਾਰੇ ਮੂਰਤਾਂ ਦੀ ਤਰ੍ਹਾਂ ਖੜ ਕੇ ਦੇਖ ਰਹੇ ਹਨ। ਦੋਨੋਂ ਹਿੰਦ ਉਤ ਵਿਚਰਨ ਲਾਗੇ ਤੇ ਛਾਲਾਂ ਮਾਰਦੇ ਹੋਏ ਜੰਗ ਦੇ ਮੈਦਾਨ ਦੇ ਵਿੱਚ ਇੱਕ ਦੂਜੇ ਭਾਗ ਕਿਹੜਾ ਹੈ, ਕਿਉਂਕਿ ਸਿਰ ਦੇ ਉੱਪਰ ਲੋਹੇ ਦੇ ਬਣੇ ਹੋਏ ਕਈ ਤਰ੍ਹਾਂ ਦੇ ਮੁਕਟ ਸੰਜੋਆਂ ਪਾਈਆਂ ਜਾਂਦੀਆਂ ਸਨ। ਲੱਤਾਂ ਦੇ ਉੱਪਰ ਵੀ ਲੋਹਾ ਜਿਹੜਾ ਹੈ ਉਹ ਬੰਨਿਆ ਹੁੰਦਾ ਸੀਗਾ, ਵਾਰ ਛੇਤੀ ਲੱਗਦਾ ਨਹੀਂ ਸੀਗਾ। ਜਿਹੜਾ ਸੈਨਾਪਤੀ ਹੁੰਦਾ ਸੀ ਜਿਹਨੇ ਅਗਵਾਈ ਤਕਰੀਬਨ ਸਾਰਾ ਹੀ ਲੋਹੇ ਦੇ ਵਿੱਚ ਮੜਿਆ ਹੁੰਦਾ ਸੀਗਾ, ਤੇ ਜਰਾ ਵੀ ਜਿੱਥੇ ਖਾਲੀ ਜਗ੍ਹਾ ਹੋਵੇ ਉੱਥੇ ਵਾਰ ਲਾਇਆ ਜਾਂਦਾ ਹੈ। ਕਹਿਣ ਲੱਗੇ ਹੁਣ ਕਾਲੇ ਖਾਂ ਅੱਗੇ ਆਇਆ ਹੈ, ਦੋਨੋਂ ਇੱਤ ਉੱਤ ਵਿਚਰਨ ਲੱਗੇ। ਦੋਨੋਂ ਯੋਧੇ ਜੰਗ ਦੇ ਮੈਦਾਨ ਦੇ ਵਿੱਚ ਇੱਧਰ ਉੱਧਰ ਛਾਲਾਂ ਮਾਰ ਕੇ ਇੱਕ ਦੂਜੇ ਨਾਲ ਜੂਝ ਪਏ ਹਨ। ਦੋਨੋਂ ਤੇ ਦੋਨੋਂ ਸੱਜੇ ਪਾਸੇ ਤੇ ਖੱਬੇ ਪਾਸੇ ਆਪਣਾ ਵੀ ਧਿਆਨ ਰੱਖਦੇ ਹਨ, ਤੇ ਮੌਕਾ ਮਿਲ ਜਾਏ, ਖਾਲੀ ਕੋਈ ਅੰਗ ਮਿਲ ਜਾਏ ਤੇ ਇੱਕਦਮ ਵਾਰ ਕਰ ਦਈਏ। ਇੱਕ ਦੂਜੇ ਦੇ ਅੰਗਾਂ ਦਾ ਵੀ ਖਿਆਲ ਰੱਖ ਰਹੇ ਹਨ। ਦੋਨੋਂ ਪਟੇ ਬਾਜ ਕੀ ਵਿਦਿਆ ਔਰ ਦੋਨੋਂ ਅਭਿਆਸ ਬਹੁਤ ਤਗੜਾ ਰੱਖਦੇ ਹਨ। ਭਾਵੇਂ ਜੰਗ ਸਾਲਾਂ ਬਾਅਦ ਹੁੰਦੇ ਹਨ, ਪਰ ਅਭਿਆਸੀ ਤਗੜੇ ਹਨ। ਕਹਿਣ ਲੱਗੇ ਦੋਨੋਂ ਪਟੇ ਬਾਜ ਕੀ ਵਿਦਿਆ, ਇਹਨਾਂ ਨੂੰ ਗੱਤਕੇ ਦੀ ਵਿਦਿਆ, ਸ਼ਾਸਤਰ ਵਿਦਿਆ, ਇਹ ਸਾਰੀ ਵਿਦਿਆ ਦੇ ਵਿੱਚ ਨਿਪੁੰਨ ਸਨ। ਇੱਕ ਇੱਕ ਵਾਰ ਦੀ ਇਹਨਾਂ ਦੇ ਪਾਸ ਸਫਾਈ ਹੈ, ਬੜੀ ਤੇਜ਼ੀ ਹੈ, ਫੁਰਤੀ ਹੈ। ਕਰ ਕਰ ਦੋਨੋਂ ਚਾਰ ਛਿਦਿਆ ਕਹਿਣ ਲੱਗੇ ਕਿ ਹੁਣ ਦੋਨੋਂ ਇੱਕ ਲਾ ਕੀ ਕਰੈ ਤੇ ਦੋਨਾਂ ਦੇ ਕਦਮਾਂ ਦੇ ਵਿੱਚ ਬੜੀ ਚਲਾਕੀ ਹੈ। ਜਿਹੜਾ ਕੋਈ ਯੋਧਾ ਜੰਗ ਕਰਨ ਵਾਲਾ, ਉਹਦਾ ਪੈਰਾਂ ਦੇ ਵਿੱਚ ਬੜੀ ਚਲਾਕੀ ਹੋਣੀ ਚਾਹੀਦੀ ਹੈ। ਨਹੀਂ ਚਲਾਕੀ ਤੇ ਲੱਤ ਕੱਟੀ ਜਾ ਸਕਦੀ ਹੈ, ਕਦੇ ਵੀ ਵਾਰ ਆ ਸਕਦਾ ਹੈ। ਇਸ ਕਰਕੇ ਛਾਲ ਮਾਰਨੀ, ਪੈਰ ਤਾਂ ਚੁੱਕਣਾ, ਪੈਰਾਂ ਨੂੰ ਲਗਾਤਾਰ ਹਿਲਾਉਣਾ, ਚੰਚਲ ਹੋਣਾ, ਇਹ ਸੂਰਮਾ ਜਿਹੜਾ ਹੈ ਉਹਦੀ ਨਿਸ਼ਾਨੀ ਦੇ ਵੀ ਪੈਰ ਧਰਤੀ ਤੇ ਚੰਚਲ ਢੰਗ ਦੇ ਨਾਲ ਲੜ ਰਿਹਾ ਹੈ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਚਰਨਾਂ ਦੇ ਬੜੇ ਕਾਲੇ ਹਨ, ਪੈਰ ਧਰਤੀ ਤੇ ਨਹੀਂ ਲੱਗਦੇ। ਦੋਨੋਂ ਛਾਲਾਂ ਮਾਰਦੇ ਹੋਏ ਇੱਧਰ ਉੱਧਰ ਟੱਪ ਰਹੇ ਹਨ। ਵਾਰ ਰੋਕ ਦੋਨੋਂ ਟਿਕ ਕਰੈ ਤੇ ਵਾਰ ਰੋਕ ਵੀ ਲੈਂਦੇ ਹਨ, ਤੇ ਵਾਰ ਇਹ ਯੋਧੇ ਹੁਣ ਕਰ ਵੀ ਰਹੇ ਹਨ। ਸਿਪਰ ਸਿਪਰ ਸੋ ਤੇ ਸਿਪਰਾਂ ਦੇ ਨਾਲ, ਕਹਿਣ ਤੋਂ ਭਾਵ ਢਾਲਾਂ ਦੇ ਨਾਲ ਕੀਤੇ ਹੋਏ ਵਾਰ ਲੈਂਦੇ ਹਨ। ਕੁਝ ਸਮਾਂ ਇਸ ਤਰ੍ਹਾਂ ਕਰ ਦੋਨੋਂ ਚਮਕਤ ਸ਼ਮਸ਼ੇਰ ਤੇ ਦੋਨਾਂ ਦੇ ਹੱਥ ਤਿੱਖੀਆਂ ਤੇ ਜਿਹੜੀਆਂ ਸ੍ਰੀ ਸਾਹਿਬਾਂ ਤਲ ਪਕੜੀਆਂ ਹੋਈਆਂ ਹਨ, ਜਿਹੜੀ ਬਿਜਲੀ ਦੇ ਵਾਂਗ ਇਸ ਵੇਲੇ ਲਿਸ਼ਕਦੀਆਂ ਪਈਆਂ ਹਨ। ਝੁੱਟੇ ਵੀਰ ਦੋਨੋਂ ਸਮ ਦੋਨੋਂ ਯੋਧੇ ਇੰਝ ਲੱਗਦਾ ਹੈ ਜਿਸ ਤਰ੍ਹਾਂ ਮਨੁੱਖ ਨਹੀਂ, ਸ਼ੇਰ ਲੜ ਰਹੇ ਹੋਣ। ਸਰੀਰ ਦੋਨਾਂ ਦੇ ਬੜੇ ਬੜੇ ਹਨ। ਧੰਨ ਗੁਰੂ ਹਰਿ
ਜਿੱਥੇ ਸਰੀਰ ਕਰਕੇ ਬਹੁਤ ਬਲੀ ਹਨ, ਉੱਥੇ ਇਹ ਕਾਲੇ ਖਾਂ ਵੀ ਸਰੀਰ ਕਰਕੇ ਬੜਾ ਮਜ਼ਬੂਤ, ਜਵਾਨ ਤੇ ਭਾਰਾ ਹੈ। ਕਹਿਣ ਲੱਗੇ ਦੋਨੋਂ ਸਰੀਰ ਕਰਕੇ ਵੀ ਦੋਨੋਂ ਸ਼ੇਰਾਂ ਦੀ ਤਰ੍ਹਾਂ ਹਨ। ਜਨ ਦੋਨੋਂ ਬਲ ਬਿਰਖ ਬਡੇਰ। ਤੇ ਦੋਨਾਂ ਦੇ ਅੰਦਰ ਵੀ ਭੋਰਾ ਵੀ ਜਿਹੜਾ ਡਰ ਹੈ, ਉਹਦੇ ਨਾਮ ਦੀ ਕੋਈ ਚੀਜ਼ ਨਹੀਂ ਹੈ। ਜਨ ਦੋਨੋਂ ਬਲ ਭਖਣ ਬਡੇਰ, ਦੋਨੋਂ ਵੱਡੇ ਬਹਾਦਰ ਸੂਰਮੇ ਹਨ। ਸਿੰਘ ਖੜਗ ਤੇ ਦੋਨੋਂ ਹਰੇ। ਤੇ ਕਹਿਣ ਲੱਗੇ ਕਿ ਹੁਣ ਜਿਸ ਤਰ੍ਹਾਂ ਦੋ ਸਾਨ ਲੜਦੇ ਹਨ, ਸਿੰਘ ਖੜਗ ਤੇ ਦੋਨੋਂ ਲੜੇ, ਜਿਸ ਤਰ੍ਹਾਂ ਸਿੰਘ ਇੱਕ ਦੂਜੇ ਦੇ ਵਿੱਚ ਵੱਜਦੇ ਹਨ, ਇਸੇ ਤਰ੍ਹਾਂ ਇਹ ਦੋ ਯੋਧੇ ਜਦੋਂ ਲੜ ਰਹੇ ਹਨ ਤੇ ਢਾਲਾਂ ਤੇ ਤਲਵਾਰਾਂ ਇੱਕ ਦੂਜੇ ਦੇ ਵਿੱਚ ਵੱਜ ਰਹੀਆਂ ਹਨ। ਇਸ ਤਰ੍ਹਾਂ ਲੱਗਦਾ ਹੈ ਸਾਨ ਭਿੜ ਰਹੇ ਹੋਣ। ਦੋ ਬਹਾਦਰ ਯੋਧੇ ਜੰਗ ਦੇ ਮੈਦਾਨ ਦੇ ਵਿੱਚ ਲਗਾਤਾਰ ਲੰਬੇ ਸਮੇਂ ਤੋਂ ਮਨੋ ਮਸਤ ਵੈ ਕੁਚਰ ਫਿਰੇ। ਤੇ ਕਦੇ ਕਦੇ ਇੰਜ ਲੱਗਦਾ ਹੈ ਕਿ ਜਿਸ ਤਰ੍ਹਾਂ ਦੋ ਛੋਟੇ ਹਾਥੀ ਭਿੜ ਰਹੇ ਹੋਣ। ਮਨੋ ਮਸਤਕ ਦਵੈ ਕੁੰਚਰ ਫਿਰੇ। ਕੁੰਚਰ ਤੋਂ ਭਾਵ ਹੈ ਹਾਥੀ। ਤਗੜੇ ਸਰੀਰ ਵਾਲੇ ਦੋ ਯੋਧੇ ਆਪਸ ਵਿੱਚ ਲਗਾਤਾਰ ਆਪਣੇ ਦਲ ਨੂੰ ਜਿਤਾਉਣ ਵਾਸਤੇ ਲੱਗੇ ਹੋਏ ਹਨ। ਹਾਂ, ਕਾਲੀਆਂ ਉਹਦੀਆਂ ਵੀ ਬਾਹਾਂ ਬੜੀਆਂ ਮਜ਼ਬੂਤ ਤੇ ਭਾਰੀ, ਔਰ ਛੇਵੇਂ ਹਰ ਬਾਹਾਂ ਸਨ, ਉਹ ਬੜੀਆਂ ਮੋਟੀਆਂ ਤੇ ਮਜ਼ਬੂਤ ਭਾਰੀਆਂ ਸਨ। ਕਹਿਣ ਲੱਗੇ ਇਹਨਾਂ ਦੀਆਂ ਭਾਰੀਆਂ ਵੱਡੀਆਂ ਬਾਹਾਂ ਇੰਜ ਲੱਗਦੀਆਂ ਸਨ ਜਿਸ ਤਰ੍ਹਾਂ ਹਾਥੀ ਦੀਆਂ ਸੁੰਡਾਂ ਹੋਣ। ਜੰਗ ਦੇ ਮੈਦਾਨ ਦੇ ਵਿੱਚ ਤੇ ਬੜੀ ਤੀਖਣ ਤੇਜ਼ੀ ਦੇ ਨਾਲ ਇੱਕ ਦੂਜੇ ਦੇ ਉੱਪਰ ਹਾਥੀ ਆਪਸ ਦੇ ਵਿੱਚ ਲੜਦੇ ਹਨ। ਉਸੇ ਤਰ੍ਹਾਂ ਦੇ ਨਾਲ ਲੜ ਰਹੇ ਹਨ ਜਿਸ ਤਰ੍ਹਾਂ ਹਾਥੀ ਜਦੋਂ ਜੰਗਲ ਦੇ ਵਿੱਚ ਇੱਕ ਦੂਜੇ ਨਾਲ ਕਈ ਵਾਰ ਲੜਦੇ ਹਨ, ਇੱਕ ਦੂਜੇ ਦੇ ਪਰਿਵਾਰ ਕਰਦੇ ਹਨ ਤੇ ਦੰਦ ਮਾਰਾਂ, ਜਿਸ ਤਰ੍ਹਾਂ ਹਾਥੀ ਦੇ ਦੰਦ ਹੁੰਦੇ ਹਨ, ਇੱਕ ਦੂਜੇ ਦੇ ਸਰੀਰ ਤੇ ਵੱਜ ਰਹੀਆਂ ਹਨ। ਕਾਲੇ ਖਾਂ ਉਛਰਿਓ ਬਲਧਾਰੀ। ਤੇ ਕਾਲੇ ਖਾਂ ਬੜੀ ਫੁਰਤੀ ਦੇ ਨਾਲ, ਚੁਸਤੀ ਦੇ ਨਾਲ ਉੱਚੀ ਉੱਡ ਕੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਤੇ ਵਾਰ ਕਰਦਾ ਹੈ। ਗੁਰੂ ਲਲਕਾਰੇ। ਔਰ ਸਤਿਗੁਰਾਂ ਨੂੰ ਖੜਗ ਤਾਣ ਕਰਕੇ ਤੇ ਕਈ ਵਾਰ ਕਾਲੇ ਖਾਂ ਨੇ ਲਲਕਾਰਿਆ ਹੈ। ਮਾਰਿਓ ਅਬ ਜਾਨ। ਹੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ, ਹੁਣ ਜੰਗ ਦੇ ਮੈਦਾਨ ਦੇ ਵਿੱਚ ਮੈਂ ਵਾਰ ਕਰਕੇ ਤੁਹਾਨੂੰ ਖਤਮ ਕਰ ਦੇਵਾਂਗਾ। ਹੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ, ਮੇਰੀ ਖੜਕ ਦਾ ਵਾਰ ਹੁਣ ਤੁਸੀਂ ਸਹਾਰ ਨਹੀਂ ਸਕੋਗੇ, ਔਰ ਪ੍ਰਾਣਾਂ ਦੇ ਸਮੇਤ ਅੱਜ ਮੈਂ ਵਾਪਸ ਤੁਹਾਨੂੰ ਕਰਤਾ ਦੇ ਵਿੱਚ ਦਾਖਲ ਨਹੀਂ ਹੋਣ ਦੇਵਾਂਗਾ। ਕਾਲੇ ਖਾਂ ਅਖੀਰ ਵਾਲੇ ਸਮੇਂ ਵਿੱਚ ਬੋਲਿਆ ਹੈ। ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਭਾਵੇਂ ਬਹੁਤਾ ਸਤਿਗੁਰੂ ਜੀ ਬੜੇ ਤਿਆਰ ਬਰ ਤਿਆਰ ਤੇ ਨਿਗਾਹ ਸਤਿਗੁਰਾਂ ਦੀ ਬੜੀ ਤੀਖਣ ਤੇਜ ਹੈ। ਤੇ ਜਦੋਂ ਕਾਲੇ ਖਾਂ ਲਲਕਾਰ ਕੇ ਜ਼ੋਰ ਦੇ ਨਾਲ ਵਾਰ ਕਰਦਾ, ਇਸੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਖੜਕ, ਆਪਣੀ ਢਾਲ ਅੱਗੇ ਕਰਕੇ ਕਾਲੇ ਖਾਂ ਦਾ ਵਾਰ ਰੋਕਿਆ ਹੈ। ਤੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਹਦਾ ਵਾਰ ਕਰਕੇ ਤੇ ਫਿਰ ਕਾਲੇ ਖਾਂ ਦੇ ਪਰਿਵਾਰ ਕਰਕੇ ਉਹਨੂੰ ਪਿਛਾਂਹ ਕਰਦੇ ਹਨ। ਹੁਣ ਕਾਲੇ ਖਾਂ ਨੇ ਇੱਕ ਵਾਰੀ ਫੇਰ ਬਹੁਤ ਬਲ ਧਾਰਿਆ ਹੈ, ਤਾਂ ਕਰਕੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਚਾਹੁੰਦਾ ਤੇ ਜ਼ੋਰ ਦੇ ਨਾਲ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਉੱਪਰ ਜ਼ੋਰ ਦੇ ਨਾਲ ਕਾਲੇ ਖਾਂ ਨੇ ਤਲਵਾਰ ਦਾ ਵਾਰ ਪਾਤਸ਼ਾਹ ਜੀ ਨੇ ਤਲਵਾਰ ਦਾ ਵਾਰ ਤਲਵਾਰ ਦੇ ਉੱਪਰ ਹੀ ਲੱਗੇ ਲਿਓ ਮਾਰਾ
ਹੁਣ ਤਲਵਾਰ ਬੜੀ ਤਗੜਾ ਵਾਰ ਹੋਇਆ ਹੈ। ਨਿਕਸਤ ਭਾਈ ਬ੍ਰਿੰਦ ਚਿਨਗਾਰਾ। ਔਰ ਇੱਕਦਮ ਤਲਵਾਰਾਂ ਦੇ ਵਿੱਚੋਂ ਚੰਗਿਆੜੇ ਨਿਕਲੇ ਹਨ, ਅੱਗ ਪੈਦਾ ਹੋਈ ਹੈ। ਮਾਨੋ ਚਮਕਤ ਰਹਿਣ ਟਟਾਰੇ। ਇੰਝ ਲੱਗਦਾ ਹੈ ਕਿ ਰਾਤ ਵੇਲੇ ਟਟਹਿਣੇ ਚਮਕ ਰਹੇ ਹੋਣ, ਜੁਗਨੂ ਚਮਕ ਰਹੇ ਹੋਣ। ਇੱਕਦਮ ਵੱਡੀ, ਇੱਕਦਮ ਚੰਗਿਆੜੇ ਤਲਵਾਰ ਜੋ ਪੈਦਾ ਹੋਏ ਹਨ। ਟੁੱਟੇ ਨਾ ਦੋਨੋਂ ਬਚੇ ਮਹਾਨੇ। ਪਰ ਇਹ ਦੋਨਾਂ ਯੋਧਿਆਂ ਦੀਆਂ ਤਲਵਾਰਾਂ ਬੜੀਆਂ ਮਜ਼ਬੂਤ ਹੋਣ ਕਰਕੇ ਟੁੱਟਣੋਂ ਤਾਂ ਬਚ ਗਈਆਂ, ਪਰ ਤਗੜਾ ਜਿਹੜਾ ਵਾਰ ਉਹ ਸਹਿ ਲਿਆ ਹੈ। ਗਇਓ ਫਰਕ ਕਰ ਕਾਲੇ ਖਾਨ। ਤੇ ਕਹਿਣ ਲੱਗੇ ਹੁਣ ਕਾਲੇ ਖਾਂ ਇੱਕਦਮ ਪਾਤਸ਼ਾਹ ਜੀ ਤੇ ਵਾਰ ਕਰਕੇ ਸਤਿਗੁਰਾਂ ਨੇ ਢਾਲ ਦੇ ਉੱਪਰ ਤੇ ਇੱਕ ਤਲਵਾਰ ਦੇ ਉੱਪਰ 2 ਵਾਰ ਵੱਡੇ ਕਾਲੇ ਖਾਨ ਦੇ ਰੋਕੇ ਹਨ। ਭਇਓ ਨਿਫਲਤ ਵਾਰ ਕਿਰਪਾਨ। ਤੇ ਕਾਲੇ ਖਾਨ ਦੇ ਸਤਿਗੁਰਾਂ ਨੇ ਮੌਕੇ ਦਿੱਤੇ ਸਨ, ਦੋਵੇਂ ਵਾਰ ਜਦੋਂ ਖਾਲੀ ਗਏ ਹਨ। ਥਕਤ ਨਾ ਦੋਨੋਂ ਜੋਧਾ ਭਾਰੀ। ਤੇ ਲੰਮੇ ਸਮੇਂ ਤੋਂ ਦੋਨੋਂ ਜਿਹੜੇ ਯੋਧੇ ਜੰਗ ਦੇ ਮੈਦਾਨ ਦੇ ਵਿੱਚ ਉਸੇ ਫੁਰਤੀ ਦੇ ਨਾਲ ਲੜ ਰਹੇ ਹਨ। ਅਜੇ ਤੱਕ ਕਿਸੇ ਦੇ ਅੰਦਰ ਵੀ ਭੋਰਾ ਵੀ ਥਕਾਵਟ ਨਹੀਂ ਹੈ। ਹੁਣ ਅਬਿਲਾਖਤ ਕਰਨ ਪ੍ਰਹਾਰੀ। ਔਰ ਫਿਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੌਕੇ ਤਾਂ ਦੇ ਦਿੱਤੇ, ਕਾਲੇ ਖਾਨ ਨੇ ਵਾਰ ਕੀਤੇ। ਪਾਤਸ਼ਾਹ ਜੀ ਦੇ ਅੰਦਰ ਵੀ ਅਭਿਲਾਖਾ ਹੈ, ਹੁਣ ਅਸੀਂ ਵਾਰ ਕਰਾਂਗੇ। ਲਾਇ ਕਾਤ ਪੁਨ ਟੂਕਿਓ ਨੇਰ। ਤੇ ਸਤਿਗੁਰਾਂ ਨੇ ਦਾ ਲਾ ਕਰਕੇ ਕਾਲੇ ਖਾਨ ਦੇ ਥੋੜਾ ਜਿਹਾ ਨੇੜੇ ਗਏ ਹਨ। ਦੋਨੋਂ ਔਰ ਦੋਨਾਂ ਨੇ ਤਗੜਾ ਜਿਹੜਾ ਭੇੜ ਹੈ ਦੋਨਾਂ ਯੋਧਿਆਂ ਨੇ ਫਿਰ ਕੀਤਾ ਹੈ। ਅੰਤੈਪੁਰ ਹੀਰਤ ਹੈ ਸਾਰਾ। ਤੇ ਸਾਰੇ ਨਰ ਨਾਰੀਆਂ ਤਾਂ ਕਰਤਾਰਪੁਰ ਸਾਹਿਬ ਜੀ ਦੇ ਉੱਪਰ ਚੁਬਾਰੇ ਦੇ ਵਿੱਚ ਚੜ ਕੇ ਕਿਲੇ ਦੇ ਦੇਖ ਰਹੇ ਹਨ, ਸੰਗਤ ਦੇਖ ਰਹੀ ਹੈ, ਵੀ ਉੱਥੇ ਮੌਜੂਦ ਹੈ। ਗੁਰੂ ਕੇ ਯੋਧੇ ਸਾਰੇ ਤੱਕ ਰਹੇ ਸਨ। ਲੱਗ ਹੋ ਸਕਦੀ ਹੈ। ਲੰਮਾ ਸਮਾਂ ਵਾਰ ਛਾਲਾਂ ਮਾਰ ਕੇ ਇੱਕ ਦੂਜੇ ਤੇ ਹੋਏ ਹਨ। ਗੁਰੂ ਵੀਰ ਅਰਜੁਨ ਜੀ ਬਾਜੇ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਵੀ ਅਜੇ ਤੱਕ ਬਚਿਆ ਹੋਇਆ ਸੀਗਾ। ਰਣ ਹੀਰਤ ਸਹਿਜਿਤ ਰਾਜੇ। ਔਰ ਸੰਗਤਾਂ ਸੰਸਾ ਹੈ ਹਰਿਓ ਤੁਰਕ ਨਹਿ ਮਾਰਿਓ ਗਇਓ। ਕਿ ਅਜੇ ਤੱਕ ਤੁਰਕ ਦਾ ਅੰਤ ਨਹੀਂ ਹੋਇਆ, ਦੇ ਵਿੱਚ ਡਟਿਆ ਹੈ। ਘਾਤ ਖੜਗ ਕੋ ਫਿਰ ਕੀਓ। ਵਿੱਚ ਵਾਰ ਕਰਨ ਵਾਸਤੇ ਦਾ ਯੋਧੇ ਲਾ ਰਹੇ ਹਨ। ਔਰ ਬਾਬਾ ਵਿਧੀ ਚੰਦ ਜੀ ਵਰਗੇ ਤੇ ਬਾਕੀ ਸਤਿਗੁਰਾਂ ਦੇ ਜਿਹੜੇ ਜਰਨੈਲ ਜਾਤੀ ਮਲਕ ਵਰਗੇ ਸਾਰੇ ਨੇੜੇ ਖੜੇ ਗੁਰੂ ਕੇ ਸੁਪੁੱਤਰ ਵੀ ਦੇਖ ਰਹੇ ਹਨ। ਔਰ ਉਧਰ ਤੁਰਕ ਵੀ ਦੇਖ ਰਹੇ ਸਨ, ਜਿਨ੍ਹਾਂ ਦੇ ਅੰਦਰ ਵੱਡਾ ਕ੍ਰੋਧ ਪੈਦਾ ਹੋ ਰਿਹਾ। ਜੇ ਕਿਤੇ ਸਾਡੇ ਕਾਲੇ ਖਾਨ ਦਾ ਵਾਰ ਲੱਗ ਜਾਏ, ਪਾਤਸ਼ਾਹ ਜੀ ਦਾ ਅੰਤ ਹੋ ਜਾਏਗਾ ਤੇ ਸਾਡੀ ਜਿੱਤ ਹੋ ਜਾਏਗੀ। ਸਭਕੇ ਮਨ ਕੀ ਸਤਿਗੁਰ ਜਾਣੀ। ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰਿਆਂ ਦੇ ਮਨ ਦੀ ਜਾਣੀ ਹੈ। ਜੈਤ ਭਏ। ਔਰ ਹੁਣ ਸਤਿਗੁਰਾਂ ਦੇ ਮਨ ਦੇ ਵਿੱਚ ਵੀ ਆਇਆ ਹੈ ਕਿ ਕਾਲੇ ਖਾਨ ਨੇ ਤਾਂ ਵਾਰ ਲਾ ਲੈ, ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਪਰ ਕਾਲੇ ਖਾਨ ਨੇ ਇੱਕਦਮ ਫੇਰ ਜ਼ੋਰ ਦੇ ਨਾਲ ਖੜਕ ਦੇ ਨਾਲ ਕਿਰਪਾਨ ਦੇ ਨਾਲ ਤਗੜਾ ਵਾਰ ਕੀਤਾ ਹੈ। ਕਾਲੇ ਖਾਨ ਮਹਾਬਲ ਧਾਰ। ਔਰ ਇਸ ਵਾਰੀ ਫਿਰ ਕਾਲੇ ਖਾਨ ਨੇ ਪਹਿਲਾਂ 2 ਕਾਲੇ ਖਾਨ ਨਾਲ ਵਾਰ ਕੀਤਾ ਹੈ ਤੇ ਸਹਿ ਪਾਤਸ਼ਾਹ ਧੰਨ ਗੁਰੂ ਸ੍ਰੀ ਹਰਗੋਬਿੰਦ ਸੰਭਾਲ ਆਪਣੀ ਢਾਲ ਤੇ ਸੰਭਾਲਿਆ ਹੈ। ਰੋਕ ਵਾਰ ਕੋ ਮਾਰੀ ਭਾਲ। ਤੇ ਸਤਿਗੁਰਾਂ ਨੇ ਵਾਰ ਨੂੰ ਢਾਲ ਦੇ ਉੱਪਰ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਰੋਕ ਕੇ ਬਲ ਤੇ ਹਨੀ ਗਿਰਨ ਲੱਗ ਪਾਛੇ। ਤੇ ਕਹਿਣ ਲੱਗੇ ਜਦੋਂ ਕਾਲੇ ਖਾਨ ਜਰਾ ਕੋ ਪਿਛਾਂ ਹਟਣ ਲੱਗਿਆ ਤੇ ਸਤਿਗੁਰਾਂ ਨੇ ਕਾਲੀ ਦੇ ਨਾਲ ਜਿਹੜੀ ਢਾਲ ਹੈ ਕਾਲੇ ਖਾਨ ਦੇ ਸਿਰ ਦੇ ਵਿੱਚ ਮਾਰੀ ਹੈ।
ਬਲ ਤੇ ਹਨੀ ਗਿਰਨ ਤਬ ਪਾਛੇ। ਕਾਲੇ ਖਾਂ ਜਦੋਂ ਇੱਕਦਮ ਥੋੜਾ ਜਿਹਾ ਪਛਾਣ ਚੁੱਕਿਆ ਹੈ ਕਰਾ ਚੋਲ ਬਾਹਿਓ ਤਬ ਆਛੇ। ਤੇ ਸਤਿਗੁਰਾਂ ਨੇ ਸੱਜੇ ਹੱਥ ਦੇ ਨਾਲ ਫੜੀ ਹੋਈ ਜਿਹੜੀ ਤੇਜ ਸ਼੍ਰੀ ਸਾਹਿਬ ਹੈ ਉਹਦੇ ਨਾਲ ਫਿਰ ਸਾਰੇ ਬਲ ਦੇ ਨਾਲ ਜੋਰ ਦੇ ਨਾਲ ਪ੍ਰਹਾਰ ਕੀਤਾ ਹੈ। ਬਲ ਤੇ ਨਾ ਬਾਚਿਓ ਗਇਓ। ਤੇ ਕਹਿਣ ਲੱਗੇ ਕਾਲੇ ਖਾਂ ਨੇ ਭਾਵੇਂ ਕਈ ਵਾਰ ਸਰੀਰ ਬਚਾ ਲਿਆ ਹੈ ਪਰ ਇਸ ਵਾਰੀ ਸਤਿਗੁਰਾਂ ਨੇ ਵੀ ਮਨ ਬਣਾਇਆ ਹੋਇਆ ਸੀਗਾ ਕਾਲੇ ਖਾਂ ਦਾ ਵਾਰ ਰੋਕ ਕੇ ਤੇ ਅਸੀਂ ਵਾਰ ਕਰਨਾ ਹੈ। ਹੁਣ ਸਤਿਗੁਰਾਂ ਦੇ ਵਾਰ ਤੋਂ ਕਾਲੇ ਖਾਂ ਤੋਂ ਇਸ ਵਾਰੀ ਆਪਣਾ ਸਰੀਰ ਬਚਾਇਆ ਨਹੀਂ ਗਿਆ ਹੈ। ਤੇ ਵਾਰ ਲੱਗਣ ਦੇ ਨਾਲ ਕਾਲੇ ਖਾਂ ਦਾ ਜਿਹੜਾ ਸਰੀਰ ਹੈ ਅੱਧ ਵਿਚਕਾਰ ਤੋਂ ਸਿੱਧਾ ਹੀ ਚੀਰਿਆ ਗਿਆ ਹੈ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਹੁਤ ਵੱਡਾ ਜਦੋਂ ਵਾਰ ਕੀਤਾ, ਕਹਿਣ ਲੱਗੇ ਇੱਕ ਹੈ ਆਂਖ ਏਕ ਹੀ ਸ਼੍ਰੋਣ। ਦੋ ਸਰੀਰ ਦੇ ਭਾਗ ਹੋਏ ਹਨ, ਕਾਲੇ ਖਾਂ ਦੇ ਸਿੱਧੇ ਵਾਰ ਲੱਗਿਆ ਹੈ। ਹੁਣ ਇੱਕ ਇੱਕ ਭਾਗ ਤੇ ਇੱਕ ਇੱਕ ਕਹਿਣ ਲੱਗੇ ਅੱਖ ਹੋ ਗਈ ਹੈ ਤੇ ਇੱਕ ਭਾਈ ਮਤੀ ਦੇ ਨਾਲ ਸਰੀਰ ਚੀਰਿਆ ਗਿਆ ਸੀਗਾ ਤੇ ਉੱਪਰੋਂ ਨੀਚੇ ਤੱਕ ਕੰਨ ਸੀਗਾ। ਨੇ ਢਾਲ ਦੇ ਨਾਲ ਕਾਲੇ ਖਾਂ ਨੂੰ ਥੋੜਾ ਜਿਹਾ ਪਿਛਾਂਹ ਕਰਕੇ ਸੱਜੇ ਹੱਥ ਵਾਰ ਕੀਤਾ ਹੈ ਕਿ ਭਾਗਾਂ ਦੇ ਵਿੱਚ ਜਿਸ ਸਰੀਰ ਕਾਲੇ ਖਾਂ ਦਾ ਚੀਰਿਆ ਗਿਆ ਹੈ ਤੇ ਕਹਿਣ ਲੱਗੇ ਸਰੀਰ ਦੇ ਟੁਕੜੇ ਦੋ ਸਨ ਪਰ ਇੱਕ ਇੱਕ ਟੁਕੜੇ ਤੇ ਕੀ ਲੱਤ ਰਹਿ ਗਈ ਹੈ। ਇਸ ਢੰਗ ਦੇ ਨਾਲ ਚੀਰਿਆ ਗਿਆ ਹੈ ਤੇ ਸਤਿਗੁਰਾਂ ਦੀ ਤੇਜ ਜਿਹੜੀ ਸ਼੍ਰੀ ਸਾਹਿਬ ਹੈ ਕਿਰਪਾਨ ਹੈ ਉਹਨੇ ਇਸ ਢੰਗ ਦੇ ਨਾਲ ਸਰੀਰ ਨੂੰ ਚੀਰਿਆ ਤੇ ਸਤਿਗੁਰਾਂ ਦੀ ਤਲਵਾਰ ਦੇ ਵਿੱਚ ਇਤਨਾ ਕੋ ਬਲ ਹੈ, ਕਹਿਣ ਲੱਗੇ ਤਲਵਾਰ ਤੇਜ਼ੀ ਦੇ ਨਾਲ ਚੱਲੀ ਹੈ ਤੇ ਜਾ ਕਰਕੇ ਫਿਰ ਧਰਤੀ ਦੇ ਵਿੱਚ ਖੁੱਭ ਗਈ ਹੈ। ਤਲਵਾਰ ਜਿਹੜੀ ਹੈ ਉਹ ਥੱਲੇ ਕਈ ਫੁੱਟ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੰਨਾ ਤਗੜਾ ਕਾਲੇ ਖਾਂ ਦੇ ਉੱਪਰ ਪੂਰਾ ਬਲ ਭਰ ਕੇ ਤਲਵਾਰ ਦਾ ਵਾਰ ਕੀਤਾ ਹੈ। ਹੋਏ ਜੋਗ ਖੰਡ ਪਰੇ ਤਰਫੰਤੇ ਤੇ ਕਾਲੇ ਖਾਂ ਦੇ ਦੋ ਤੇ ਵੱਖਰੇ ਵੱਖਰੇ ਟੁਕੜੇ ਹੁਣ ਧਰਤੀ ਗਇਓ ਪਿਸ਼ਤ ਕੋ ਭਾ ਮੁਖਵੰਤੇ। ਕਾਲੇ ਖਾਂ ਦੋ ਧਰਤੀ ਤੇ ਗਿਆ ਹੈ ਜੈ ਜੈ ਬਾਕ ਉਚਾਰਾ। ਔਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਯੋਧਿਆਂ ਨੇ ਬਹਾਦਰ ਸੂਰਬੀਰਾਂ ਨੇ ਉਸ ਵੇਲੇ ਜੈ ਜੈਕਾਰ ਦੇ ਜਕਾਰੇ ਲਾਏ ਤੇ ਜ਼ੋਰ ਦੇ ਨਾਲ ਨਗਾਰਿਆਂ ਦੀ ਆਵਾਜ਼ ਦੂਰੀ ਚੌਰੀ ਕਈ ਢੰਗਾਂ ਦੀ ਚੋਟ ਲੱਗੀ ਹੈ ਤੇ ਸਾਰੀ ਸੰਗਤ ਦੇ ਵਿੱਚ ਖੁਸ਼ੀ ਦੀ ਜਿਹੜੀ ਗੂੰਜ ਹੈ ਉਹ ਪਈ ਹੈ। ਵਜਿਓ ਫਤਿਹ ਕੋ ਅਦਕ ਨਗਾਰਾ। ਔਰ ਫਿਰ ਲਗਾਤਾਰ ਲੰਮਾ ਸਮਾਂ ਜਿਹੜਾ ਫਤਿਹ ਦਾ ਨਗਾਰਾ ਲਗਾਤਾਰ ਹੀ ਵੱਜਦਾ ਰਿਹਾ। ਸਰੀਰ ਦਾ ਕਾਲੇ ਖਾਂ ਧਰਤੀ ਤੇ ਕੁਝ ਸਮਾਂ ਹਿਲਦਾ ਰਿਹਾ ਹੈ, ਤੜਫਦਾ ਰਿਹਾ ਹੈ। ਕਾਲੇ ਖਾਂ ਸ਼ਾਂਤ ਹੋ ਗਿਆ ਹੈ। ਇਧਰ ਗੁਰੂ ਕੇ ਨਗਾਰੇ ਜਿਹੜੇ ਜੋ ਵੱਜੇ ਹਨ, ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮੈਦਾਨ ਦੇ ਵਿੱਚ ਬਣੀ ਆਵਾਜ਼ ਸਤਿਗੁਰਾਂ ਦੇ ਵਾਰ ਲੱਗਣ ਦੇ ਹੋ ਗਿਆ ਹੈ। ਔਰ ਉੱਥੋਂ ਦੌੜ ਗਏ ਜਿਹੜੇ ਚੰਦ ਕੋ ਜਿਹੜੇ ਸੈਨਿਕ ਕਾਲੇ ਖਾਂ ਦੇ ਨਾਲ ਬਚੇ ਹੋਏ ਸਨ। ਅਗਲਾ ਜਿਹੜਾ ਜੰਗ ਦਾ ਵਿਸਥਾਰ ਹੈ ਉਹ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਸਰਵਣ ਕਰਾਂਗੇ ਕਿ ਹੁਣ ਕਾਲੇ ਖਾਂ ਦੇ ਸਰੀਰ ਤੇ ਵਾਰ ਲੱਗਿਆ। ਕਾਲੇ ਖਾਂ ਧਰਤੀ ਤੇ ਦੋ ਭਾਗਾਂ ਦੇ ਵਿੱਚ ਹੋ ਕੇ ਡਿੱਗਿਆ ਹੈ ਤੇ ਤੜਫਦਾ ਹੋਇਆ ਸ਼ਾਂਤ ਹੋ ਗਿਆ ਹੈ। ਕਵੀ ਜੀ ਲਿਖਦੇ ਹਨ ਕਾਲੇ ਖਾਂ ਚਲੋ ਮਰਦਾਂ ਦੇ ਵਾਂਗ ਆ ਕਰਕੇ ਲੜਿਆ ਹੈ ਤੇ ਜਿਹੜਾ ਸੂਰਮਾ ਸਿੱਧਾ ਲੜਦਾ ਹੈ ਉਹ ਵੈਸ਼ ਵਿੱਚ ਭਾਵ ਉਹਦੀ ਮੁਕਤੀ ਹੋ ਜਾਂਦੀ ਹੈ, ਬੰਦ ਖੁਲਾਸੀ ਹੋ ਜਾਂਦੀ ਹੈ। ਔਰ ਛੇਵੇਂ ਪਾਤਸ਼ਾਹ ਜੀ ਨੇ ਖੁਦ ਵਾਰ ਕੀਤਾ ਹੈ ਤਲਵਾਰ ਦਾ ਔਰ ਕਾਲੇ ਖਾਂ ਦਾ ਜੰਗ ਦੇ ਮੈਦਾਨ ਦੇ ਵਿੱਚ ਸਤਿਗੁਰਾਂ ਦੇ ਹੱਥੋਂ ਅੰਤ ਹੋਇਆ ਹੈ ਔਰ ਜੰਗ ਦਾ ਵੀ ਜਿਹੜਾ ਹੈ ਉਹ ਅੰਤ ਹੋ ਗਿਆ ਹੈ। ਨਾਲ ਹੀ
ਅਗਲਾ ਜਿਹੜਾ ਪ੍ਰਸੰਗ ਹੈ, ਕਿਵੇਂ ਗੁਰੂ ਕੀ ਸਿੱਖ ਦੇ ਵਿੱਚ, ਗੁਰੂ ਕੀ ਸੰਗਤ ਦੇ ਵਿੱਚ ਜਿੱਤ ਦੀ ਖੁਸ਼ੀ ਹੈ, ਔਰ ਕਿਵੇਂ ਇਹ ਜਿਹੜੀ ਬਾਕੀ ਸੈਨਾ ਹੈ ਇਹ ਬਚੀ ਹੋਈ ਬਾਦਸ਼ਾਹ ਦੇ ਕੋਲ ਜਾ ਕੇ ਜਿਸ ਤਰ੍ਹਾਂ ਸਾਰਾ ਕੁਝ ਦੱਸਦੇ ਹਨ, ਅਗਲੇ ਦਿਨਾਂ ਦੇ ਵਿੱਚ ਆਪਾਂ ਸਰਵਣ ਕਰਾਂਗੇ। ਆਪ ਸਮੂਹ ਸੰਗਤ ਧੰਨਵਾਦ। ਕਥਾ ਵਿਚਾਰਾਂ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਸਤਿਗੁਰੂ ਜੀ ਔਰ ਸੰਗਤ ਖਿਮਾ। ਆਓ ਭਾਵਨਾ ਸਹਿਤ ਕੁਝ ਕੁ ਸਮਾਂ ਰਲ ਕੇ ਆਪਾਂ ਸਾਰੇ ਸਿਮਰਨ ਦੇ ਵਿੱਚ ਹਾਜ਼ਰੀ। ਵਾਹਿਗੁਰੂ 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 ਵਾਹਿਗੁਰੂ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।